ਫਾਕਾ ਪੈ ਗਿਆ, ਹੁਣ ਸ਼ਾਕ ਵੇਵਸ ਵੇਖੋ ਬਸ। Yes, that's what I'm trying to say, ਜੱਜਾ ਸਾਹਿਬ। ਉਹ ਥੱਲੇ ਵੇਖੋ ਜੱਜਾ ਸਾਹਿਬ, ਇੱਕ ਹੋਰ ਚੈਨਲ ਦੇਖੋ, ਉਹ ਦੇਖੋ ਸਾਡੀ ਭੈਣ ਤੁਹਾਨੂੰ ਕਹਿ ਰਹੀ ਹੈ ਜੱਜਾ ਸਾਹਿਬ ਆਪਕੋ ਅੱਲਾ ਜ਼ਿੰਦਗੀ ਦੇ। ਆ ਚੈੱਕ ਕਰੋ, ਇਹ ਦੇਖੋ ਮੁਸਲਮਾਨਾਂ ਦਾ ਕਮਾਲ, ਚੈੱਕ ਕਰੋ ਤੁਸੀਂ। ਅੱਲਾਹੁ ਅਕਬਰ, ਅੱਲਾਹੁ ਅਕਬਰ। ਕਿੰਨਾ ਤੁਸੀਂ ਅੱਜ ਦੇਖੋ ਗੱਲ ਕੀਤੀ ਹੈ, ਕਿੰਨੀ ਖੂਬਸੂਰਤ। देखा बापू ने अपोजिट फील ना कराए, बस ठीक है। ਜੱਜਾ ਸਾਹਿਬ ਇੰਨੀ ਰਿਸਪੈਕਟ, ਇੰਨੀ ਮੁਹੱਬਤ, ਇੰਨੀ ਇੱਜ਼ਤ ਇਹ ਵੇਖੋ ਮੁਸਲਮਾਨਾਂ ਦੀ ਬਰਾੜ ਤੇ ਮਿਲਦੀ ਹੈ ਜੱਜਾ ਸਾਹਿਬ, ਮਹਿਜ਼ ਅੱਲਾ ਦੇ ਫਜ਼ਲੋ ਕਰਮ ਨਾਲ। ਇਹ ਸੀਕਰ ਸਾਹਿਬ ਮੈਨੂੰ ਕਾਲ ਤੇ ਨਹੀਂ ਲੈਂਦੇ, ਪਤਾ ਨਹੀਂ ਇਹਨਾਂ ਨੂੰ ਕੀ ਮਸਲਾ ਸੀ, ਡਰਦੇ ਹੀ ਰਹਿੰਦੇ ਹਨ ਕੀ ਹੋ ਗਿਆ ਸੀ। ਉਹ ਅੱਜ ਲਿਆ ਇਹਨਾਂ ਨੇ ਜਿੱਥੇ ਇਹਨਾਂ ਦਾ ਸ਼ੁਕਰੀਆ ਮੈਂ ਅਦਾ ਕਰਨਾ। ਇਹ ਜੱਜਾ ਸਾਹਿਬ ਅੱਧਾ ਸ਼ੇਰ ਮੈਨੂੰ ਦਿਓ ਨਾ, ਮੈਂ ਤੁਹਾਡੀ ਕਾਲ ਚੁਕਵਾਈ ਸੀ। ਮੈਂ ਹੀ ਇਹਨਾਂ ਨੂੰ ਕਿਹਾ ਸੀ ਚੁੱਕੋ, ਮਰੋ ਕਿਉਂ ਨਹੀਂ ਚੁੱਕਦੇ। ਤੁਸੀਂ ਆਪਣਾ ਅਕਾਊਂਟ ਭੇਜ ਦਿਓ, ਤੁਹਾਨੂੰ ਮੈਂ ਅਕਾਊਂਟ 'ਚ ਸਾਰਾ ਹੀ ਸ਼ੇਰ ਭੇਜ ਦਿੰਦਾ। ਨਹੀਂ ਜੱਜਾ ਸਾਹਿਬ ਇਹ ਬਹੁਤ ਅੱਛਾ ਮੁੰਡਾ ਹੈ, ਇਹਨੂੰ ਸ਼ਾਮੀ ਮੈਕਡੋਨਲਡ ਲੈ ਜਾਓ, ਇਹਨੂੰ ਖਵਾਓ, ਉੱਥੋਂ ਬਿਗ ਮੈਕ ਖਵਾਓ। ਬਾਕੀ ਮੇਰੀ ਗੱਲ ਸੁਣੋ, ਖੁਦਾ ਮੈਨੂੰ ਕਦੀ ਵੀ ਇਸ ਗੱਲ ਦੀ ਗਰਜ ਨਹੀਂ ਹੋਈ ਕਿ ਮੈਨੂੰ ਕੋਈ ਇਸ ਤਰ੍ਹਾਂ ਦੀ। ਬਾਕੀ ਆ ਤੁਸੀਂ ਦੋਸਤ ਨੇ ਗੱਲ ਕੀਤੀ ਆ ਸੀਕਰ ਭਾਈ ਨੇ ਜਿਹੜੀ ਇਹ ਜ਼ਿਆਦਤੀ ਕਰ ਦਿੱਤੀ ਹੈ, ਮੈਂ ਬੇਸ਼ੱਕ ਤੁਸੀਂ ਆਖੋ ਇਹਨਾਂ ਨੂੰ ਮੈਂ ਵਾਪਸੀ ਕਰ ਸਕਣਾ ਵਾ। ਗੱਲ ਕਿੰਨੀ ਗਲਤ ਗੱਲ ਕੀਤੀ ਯਾਰ, ਕਿੰਨੀ ਗਲਤ ਗੱਲ। ਜੱਜਾ ਸਾਹਿਬ ਨਾ ਕਰੋ, ਛੋਟੀਆਂ ਗੱਲਾਂ ਨਾ ਕਰੋ, ਤੁਹਾਡਾ ਕੱਦ ਬਹੁਤ ਵੱਡਾ ਹੋ ਚੁੱਕਿਆ। ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਦੇਖੋ ਹੁਸੈਨੀ ਦੀ ਲਾਈਵ ਦੇ ਉੱਤੇ ਮੈਨੂੰ ਇੱਕ ਅਰਸਾ ਹੋ ਗਿਆ, ਮੈਂ 6 ਮਹੀਨੇ ਹੋ ਗਏ ਨੇ, ਮੈਂ ਕਿਸੇ ਬੰਦੇ ਹੋਰ ਦੀ ਲਾਈਵ ਤੇ, ਹੁਸੈਨੀ ਸਾਹਿਬ ਦੀ ਲਾਈਵ ਤੇ ਜਾ ਕੇ ਨਾ ਕਦੀ ਇੱਕ ਜ਼ੀਰੋ ਵੀ ਨਹੀਂ ਮੈਂ ਕਦੀ ਫੁੱਲ ਮੰਗਿਆ ਕਿਸੇ ਕੋਲ, ਨਾ ਮੈਨੂੰ ਜ਼ਰੂਰਤ ਹੈ। ਇਸ ਤਰ੍ਹਾਂ ਤੁਸੀਂ ਗੱਲਾਂ ਕਰਨੀ ਸ਼ੁਰੂ ਕੀਤੀਆਂ। ਕਦੋਂ ਤੁਸੀਂ ਮੰਗਿਆ ਕਿਸੇ ਕੋਲੋਂ? ਇਹ ਮੁਹੱਬਤਾਂ ਨੇ ਲੋਕਾਂ ਦੀਆਂ। ਜੱਜਾ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ, ਇਹ ਤੇ ਹਲੇ ਕੁਛ ਵੀ ਨਹੀਂ। ਇਸ ਤੋਂ ਬਾਅਦ ਜਦੋਂ ਤੁਹਾਡੇ ਲੋਕਾਂ ਨੇ ਜੈ ਜੈਕਾਰ ਕਰਨੀ ਹੈ, ਤੁਹਾਡੇ ਨਾਰੇ ਮਾਰਨੇ ਨੇ ਜੱਜਾ ਸਾਹਿਬ, ਜਗ੍ਹਾ ਜਗ੍ਹਾ ਤੁਹਾਡੀਆਂ ਤਾਰੀਫਾਂ ਹੋਣੀਆਂ ਨੇ, ਤੁਸੀਂ ਤੇ ਸ਼ਰਮਾ ਜਾਓਗੇ ਉਦੋਂ, ਤੁਸੀਂ ਤੇ ਹੁਣੇ ਹੀ ਪਰੇਸ਼ਾਨ ਹੋ ਗਏ ਹੋ। Let that sink in ਜੱਜਾ ਸਾਹਿਬ। ਮੈਂ ਤੇ ਇਸ ਵਕਤ ਅਹੀਰ ਭਾਈ, ਮੈਂ ਤੇ ਉਸ ਵੇਲੇ ਤੋਂ ਡਰ ਰਿਹਾ ਕਿ ਜਦੋਂ ਜੱਜਾ ਸਾਹਿਬ ਨੂੰ ਦੁਆ ਲੈ ਖਤਮ ਹੋਣਾ, ਫਿਰ ਕਦੀ ਉੱਠੇਗਾ ਨਾ ਤੇ ਫਿਰ ਤੁਸੀਂ ਮੈਨੂੰ ਸੱਦਿਓ ਤੇ ਫਿਰ ਦੇਖ ਲਾਂਗੇ ਗੱਲ। ਜੱਜਾ ਸਾਹਿਬ ਦਾ ਮੈਨੂੰ ਸਿਰਫ ਇੱਕ ਡਰ ਹੈ ਕਿ ਜੱਜਾ ਸਾਹਿਬ ਨੂੰ ਦਵਾਈਆਂ ਖਤਮ ਵਸੂਲ ਹੋਣ ਲੱਗ ਪੈਣਗੇ। ਜੱਜਾ ਸਾਹਿਬ ਸਾਡੇ ਵਾਸਤੇ ਦੁਆ ਕਰੋ। ਹਾਂ ਯਕੀਨ ਕਰੋ, ਬਹੁਤ ਸਾਰੇ ਖਤ ਆਣੇ ਨੇ, ਬਹੁਤ ਸਾਰੇ ਲੈਟਰਸ ਆਣੇ ਨੇ ਜੱਜਾ ਸਾਹਿਬ ਨੂੰ। ਦੇਖੋ ਜਿਹੜਾ ਸੱਚਾ ਇਨਸਾਨ ਹੁੰਦਾ ਹੈ ਉਹਦੀ ਦੁਆ ਅੱਲਾ ਕਬੂਲ ਕਰਦਾ ਹੈ, ਇਹਦੇ 'ਚ ਇੱਕ ਹਕੀਕਤ ਹੈ। ਸੁੱਚਾ ਅਹਿਮਦੀ ਖਿੱਚੋ ਜਿਸ ਤਰ੍ਹਾਂ ਖਿੱਚਿਆ ਜਾ ਸਕਦਾ। ਯਾਰ ਜੱਜਾ ਸਾਹਿਬ ਨੂੰ ਤੁਸੀਂ ਇਲੈਕਸ਼ਨ ਤੇ ਖੜਾ ਕਰੋ ਤੇ ਇਹਨੂੰ ਜਿਹੜਾ ਨਾ ਟਿਕਟੌਕ ਦੇ ਕਾਦੀਆਨੀਆਂ ਦਾ ਖਲੀਫਾ ਜਿਹੜਾ ਉਹ ਨਾਮਜ਼ਦ ਕਰਵਾਓ। ਜਿਹੜੀ ਮੌਲਵੀ ਜ਼ਿਆ ਸਾਹਿਬ ਹੈ ਨਾ, ਉਹਨਾਂ ਦਾ ਖਲੀਫਾ ਬਣਾ ਦਿੰਦੇ ਨੇ। ਕਮਾਲ ਦਲੇਰੀ ਇਸ ਬੰਦੇ ਦੀ, ਜਿਹੜੀ ਉਹਨੇ ਦਲੇਰੀ ਵਿਖਾ ਛੜੀ ਆ। ਨਹੀਂ ਯਕੀਨ ਕਰੋ, ਇੱਕ ਮਿੰਟ ਖਲੀਫਾ ਮੁਕਰਰ ਕਰਾਓ ਨਾ। ਹੁਣ ਕੱਲਾ ਸੁੱਕੀ ਦਲੇਰੀ ਨਾਲ ਤਾਂ ਕੁਛ ਨਹੀਂ ਨਾ ਬਣਨਾ ਉਹਦਾ। ਖਲੀਫਾ ਇਹਨੂੰ ਮੁਕਰਰ ਕਰਾਓ ਤੇ ਹਰ ਮਹੀਨੇ ਜਿਹੜਾ ਵਾ ਟਿਕਟੌਕ ਤੋਂ ਜਿਹੜਾ ਚੰਦਾ ਇਕੱਠਾ ਕਰਿਆ ਕਰੇ ਸਾਰੇ ਮਰਜ਼ੀਆਂ ਕੋਲ, ਜਿਹੜੇ ਲੱਗੜ ਬੱਗੇ ਫਿਰਦੇ ਨੇ ਨਾ ਇੱਧਰ, ਸਾਰੇ ਕੋ ਚੰਦੇ ਲਿਆ। ਯਾਰ ਤੁਹਾਡਾ ਧਿਆਨ ਚੰਦੇ ਵੱਲ ਹੀ ਰਹਿਣਾ ਹੈ। ਨਹੀਂ ਮੈਂ ਤਾਂ ਅੱਲਾ ਮਾਫ ਕਰੇ, ਅਸੀਂ ਤਾਂ ਤੁਹਾਨੂੰ ਖਲੀਫਾ ਮੁਕਰਰ ਕਰ ਰਹੇ ਆ, ਤੇਰਾ ਧਿਆਨ ਚੰਦੇ ਵੱਲ ਜਾ ਰਿਹਾ ਵੇ। ਵੇਖੋ ਖਲੀਫਾ ਮੁਕਰਰ ਹੋਣ ਕਿਉਂ ਤੇ ਹੈ ਤਾਂ ਫਿਰ ਪਹਿਲਾ ਖਲੀਫਾ। ਮੇਰੀ ਗੱਲ ਸੁਣੋ, ਇਸ ਤਰ੍ਹਾਂ ਦੀ ਗੱਲ ਕਰਨ ਜਿਹੜੀ ਹੁਣ ਜੀ ਵੈਸੇ ਹੀ ਨਾਮਾ ਖਿਲਾਫਤ ਦਾ ਪਹਿਲਾ ਜ਼ਰੂਰੀ ਜੁਜ਼ ਜਿਹੜਾ ਉਹ ਤੇ ਚੰਦਾ ਹੀ ਹੈ ਨਾ ਜੀ। ਇਹ ਤੋਂ ਬਗੈਰ ਤਾਂ ਖਿਲਾਫਤ ਨਹੀਂ ਨਾ। ਇਸਲਾਮ ਲਈ ਇਸਤੇਮਾਲ ਕਰਨਾ ਹੈ, ਕੋਈ ਗਲਤ ਗੱਲ ਨਹੀਂ ਉਹਦੇ 'ਚ ਜੱਜਾ ਸਾਹਿਬ ਹੈ। ਕੋਈ ਖਿਲਾਫਤ ਦਾ ਜੁਜ਼ ਚੰਦਾ, ਇਹ ਗਲਤ ਗੱਲ ਨਹੀਂ ਜੱਜਾ ਸਾਹਿਬ ਉਹਦੀ ਗੱਲ ਨਹੀਂ ਸਮਝੇ। ਸਵੇਰੇ ਜਿਹੜਾ ਨਾ ਪ੍ਰਿੰਟਿੰਗ ਕਰੀਏ ਅਸੀਂ, ਫਿਰ ਵੋਟਿੰਗ ਕਰਾਈਏ ਸਵੇਰੇ ਜੱਜਾ ਸਾਹਿਬ। ਕਿਤਾਬਾਂ ਛਾਪੜੀਆਂ ਨੇ, ਪ੍ਰਿੰਟਿੰਗ ਕਰਨੀ ਹੈ, ਬੜਾ ਕੁਛ ਮਤਲਬ ਕਿ ਰਾਈਟਰ ਫਿਰ ਸਾਰਾ ਕੁਛ ਨਾ ਪ੍ਰੂਫ ਰੀਡਿੰਗ ਕਰਾਣੀ ਹੁੰਦੀ ਹੈ, ਉਹਦੇ ਵਿੱਚ ਸਾਰੀ ਗੱਲ ਹੈ। ਮੈਂ ਤੁਹਾਨੂੰ ਇੱਕ ਯਾਨੀ ਸੀਰੀਅਸ ਗੱਲ ਕਰਾਂ ਤੁਹਾਡੇ ਦੋਸਤਾਂ ਅੱਗੇ, ਅਗਰ ਜਾਨ ਦੀ ਅਮਾਨ ਪਾਵਾਂ ਤੇ ਜੀ ਅਗਰ ਨਾਰਾਜ਼ ਨਾ ਹੋ। ਨਹੀਂ ਮੈਂ ਓਨੈਸਟਲੀ ਮਜ਼ਾਕ ਤੋਂ ਹਟ ਕੇ ਜੱਜਾ ਸਾਹਿਬ ਸੋਸ਼ਲ ਮੀਡੀਆ ਖਾਸ ਕਰ ਟਿਕਟੌਕ ਦੇ ਉੱਤੇ ਫਿਰ ਰਹੇ ਅਹਿਮਦੀਆਂ ਵਾਸਤੇ ਇੱਕ ਇੰਸਪੀਰੇਸ਼ਨ ਹੈ ਤੇ ਹੋਣਾ ਚਾਹੀਦਾ ਹੈ। ਤੇ ਉਹਨਾਂ ਨੂੰ ਚਲੋ ਲੀਡਰ ਇਹ ਅਲਫਾਜ਼ ਨਾ ਇਸਤੇਮਾਲ ਕਰੋ, ਲੇਕਿਨ ਉਹਨਾਂ ਨੂੰ ਚਾਹੀਦਾ ਜੱਜਾ ਸਾਹਿਬ ਕੋਲੋਂ ਕਮ ਅਜ਼ ਕਮ ਇੱਕ ਦਿਨ ਬਹਿ ਕੇ ਨਾ ਸੱਚਾਈ ਦੇ ਉੱਤੇ ਲੈਕਚਰ ਲੈਣ ਕਿ ਸੱਚ ਕਿਵੇਂ ਬੋਲੀਦਾ, ਚਾਹੇ ਦੁਸ਼ਮਣਾਂ ਦੀ ਬਰਾੜ ਹੋਵੇ ਉੱਤੇ ਚੜ੍ਹ ਕੇ ਕਿਵੇਂ ਸੱਚ ਬੋਲੀਦਾ। ਜ਼ਬਰਦਸਤ ਬਹੁਤ ਅੱਛੀ ਬਾਤ, ਬਹੁਤ ਅੱਛੀ। ਜੱਜਾ ਸਾਹਿਬ ਕਿਸੇ ਦਿਨ ਨਾ ਤੁਸੀਂ ਇੱਕ ਤਰਬੀਤੀ ਕਲਾਸ ਦੇ ਨਾਲ ਇੱਕ ਬਰਾੜ ਦਾ ਇਜਰਾ ਕਰੋ।
ਤੁਸੀਂ ਜ਼ਿਲਤ ਮੇਰੀ ਕਰਦੇ ਹੋ ਜਾਂ ਬੇਇੱਜ਼ਤੀ ਕਰਦੇ ਹੋ, ਕੀ ਕਰਦੇ ਹੋ ਅੱਲਾ ਹੀ ਜਾਣਦਾ। ਇਹ ਜ਼ਿਲਤ ਦੇ ਵਿੱਚ ਹੋਇਆ ਜੋ ਸਭ ਹੋਇਆ। ਜੱਜੇ ਕੁਛ ਤੇ ਖੁਦਾ ਦਾ ਖੌਫ ਕਰ ਯਾਰ, ਅੱਲਾ ਦਾ ਵਾਸਤਾ ਜੱਜਾ ਭਾਈ ਕੀ ਕਰ ਰਹੇ ਹੋ ਯਾਰ? अगर आपको लगता है कि हम मजाक उड़ा रहे तो हम माजरत कर लेते हैं, हुक्म करे। यार हद हो गई है यार, सारी हद है। मतलब मजाक का लफ्ज भी क्यों इस्तेमाल कर रहे हैं, मुझे समझ नहीं आ रही। क्यों, किसने कहा है मजाक? जज साहब ਇੰਨੀਆਂ ਮੁਹੱਬਤਾਂ ਜਿਹੜੀਆਂ ਦਾ ਇਜ਼ਹਾਰ ਇੱਥੇ ਲੋਕੀ ਕਰ ਗਏ ਨੇ, ਉਹ ਵੀ ਮਜ਼ਾਕ ਯਾਰ ਕਿਉਂ? ਜਜ ਸਾਹਿਬ ਨਾ ਕਰੋ ਇਸ ਤਰ੍ਹਾਂ ਯਾਰ ਪਲੀਜ਼। ਇਟ ਹਰਟਸ ਇਟ ਹਰਟਸ। ਮੈਂ ਤੁਹਾਨੂੰ ਕਹਿ ਰਿਹਾ ਮੇਰੀਆਂ ਅੱਖਾਂ 'ਚ ਆਂਸੂ ਆ ਗਏ ਨੇ। ਜੱਜ ਸਾਹਿਬ ਦੇਖੋ, ਜਾਂ ਤੇ ਤੁਹਾਨੂੰ ਅਹਿਸਾਸ ਨਹੀਂ ਹੈ ਹੋ ਰਿਹਾ, ਮੈਨੂੰ ਇਹ ਲੱਗਦਾ ਵੇ ਕਿ ਤੁਹਾਨੂੰ ਨਾ ਖੁਦ ਨਹੀਂ ਅਹਿਸਾਸ ਕਿ ਤੁਸੀਂ ਕਿੰਨਾ ਵੱਡਾ ਅੱਜ ਕਦਮ ਚੁੱਕਿਆ। ਮੈਨੂੰ ਇਹੀ ਸ਼ੱਕ ਹੈ। ਨਹੀਂ ਸਾਸ ਉਹਨੂੰ ਅਹਿਸਾਸ ਹੀ ਨਹੀਂ ਵਾਕਈ ਨਾ, ਜਾਂ ਤੇ ਮਤਲਬ ਦੇਖੋ ਬੜਾਪਨ ਨੇ ਉਹਨਾਂ ਦਾ ਕਿ ਇੱਕ ਵੱਡੀ ਸ਼ਖਸੀਅਤ ਹੈ ਤੇ ਉਹ ਗੌਰ ਹੀ ਨਹੀਂ ਕਰਨਾ ਚਾਹੁੰਦੇ ਛੋਟੀਆਂ ਚੀਜ਼ਾਂ ਤੇ। ਬਈ ਪਤਾ ਚੱਕਰ ਕੀ ਹੈ, ਅਕਸਰ ਲੋਕੀ ਕਦਮ ਚੁੱਕ ਜਾਂਦੇ ਨੇ ਵੱਡਾ, ਲੇਕਿਨ ਉਹ ਮੌਕਾ ਐਸਾ ਹੁੰਦਾ ਕਿ ਇਨਸਾਨ ਨੂੰ ਉਸ ਟਾਈਮ ਨਹੀਂ ਪਤਾ ਹੁੰਦਾ। ਬਾਅਦ ਚ ਜਦੋਂ ਫਿਰ ਲੋਕਾਂ ਨੂੰ ਪਤਾ ਚੱਲਦਾ ਨਾ ਕਿ ਯਾਰ ਕੀ ਅਜ਼ੀਮ ਕੰਮ ਕਰ ਗਿਆ ਉਹ ਬੰਦਾ, ਫਿਰ ਉਸ ਬੰਦੇ ਦੀ ਜੈਕਾਰ ਹੁੰਦੀ ਹੈ। ਮੌਕੇ ਤੇ ਕੋਈ ਨਹੀਂ ਕਿਸੇ ਦਾ ਅਹਿਸਾਸ ਕਰਦਾ, ਮੌਕੇ ਤੇ ਕੋਈ ਕਿਸੇ ਨੂੰ ਨਹੀਂ ਰੈਕਗਨਾਈਜ਼ ਕਰਦਾ। ਬਾਅਦ ਚ ਇਨਸਾਨ ਦੀ ਅਜ਼ਮਤ ਜਿਹੜੀ ਹੈ ਨਾ ਉਹ ਕਹਿੰਦੀ ਕਿ ਯਾਰ ਵਾਕਈ ਯਾਰ ਉਹ ਬੰਦਾ ਕੀ ਕੰਮ ਕਰ ਗਿਆ ਸੀ। ਚਲੋ ਦੇਖਾਂਗੇ ਆਇੰਦਾ ਆਉਣ ਵਾਲੇ ਵਕਤ ਦੇ ਵਿੱਚ ਜਦੋਂ ਅਕਾਇਦ ਦੇ ਉੱਤੇ ਵੀ ਗੱਲ ਹੋਏਗੀ ਤੇ ਫਿਰ ਤੁਸੀਂ ਮੁਤਫਿਕ ਹੁੰਦੇ ਰਹੋਗੇ ਤੇ ਫਿਰ ਜਿਹੜੀਆਂ ਤੁਹਾਡੀਆਂ ਯਾਰ। ਅੱਛਾ ਜੱਜਾ ਸਾਹਿਬ ਪਤਾ ਗੱਲ ਸੁਣੋ, ਸਾਡਾ ਅਕਾਇਦ ਤੇ ਇਖਤਲਾਫ ਹੈ ਨਾ, ਖੁੱਲ ਡੁੱਲ ਕੇ ਹੈ ਨਾ ਇਖਤਲਾਫ, ਲੇਕਿਨ ਜਦੋਂ ਤੁਸੀਂ ਅਕਾਇਦ ਲੁਕਾਉਂਦੇ ਹੋ ਨਾ ਆਪਣੇ, ਫਿਰ ਗੁੱਸਾ ਚੜਦਾ। ਤੁਹਾਡੇ ਨਾਲ ਇਖਤਲਾਫ ਮੇਰਾ ਇਖਤਲਾਫ ਤੁਹਾਡੇ ਨਾਲ ਅੱਜ ਵੀ ਹੈ, 100% ਹੈ ਔਰ ਹਮੇਸ਼ਾ ਹੀ ਰਹੇਗਾ। ਉਹ ਰਹੇਗਾ, ਉਹ ਤਾਂ ਰਹਿਣਾ ਹੀ ਰਹਿਣਾ ਸਰ। ਲੇਕਿਨ ਤੁਸੀਂ ਜਦੋਂ ਸੱਚ ਬੋਲੋਗੇ ਨਾ, ਕਾਇਦ ਖੋਲ ਕੇ ਬਿਆਨ ਕਰੋਗੇ, ਸਾਡੇ ਵੱਲੋਂ ਐਵੇਂ ਤੁਹਾਨੂੰ ਜੇਜੇਕਾਰ ਮਿਲੇਗੀ ਕਿ ਯਾਰ ਸੱਚ ਤੇ ਬੋਲੋ ਨਾ। ਇਹ ਬਾਕੀਆਂ ਨੂੰ ਤੁਹਾਨੂੰ ਵੇਖ ਕੇ ਇਨਸਪੀਰੇਸ਼ਨ ਚਾਹੀਦੀ ਹੈ। ਜ਼ਰੂਰ ਸੱਚ ਬੋਲਾਂਗੇ, ਔਰ ਸੱਚ ਬੋਲਣ ਦੇ ਉੱਤੇ ਸਾਨੂੰ ਕਦੀ ਵੀ ਨਦਾਮਤ ਨਹੀਂ ਹੋਈ, ਔਰ ਨਾ ਪਹਿਲੇ ਵੀ ਸਾਨੂੰ ਜਮਾਤ 100 ਸਾਲ ਤੋਂ ਚਲੀ ਆ ਰਹੀ ਹੈ। ਮੈਂ ਤੁਹਾਨੂੰ ਇੱਕ ਖਿਤਾਬ ਦੇਣਾ ਚਾਹੁੰਦਾ ਜੱਜਾ ਸਾਹਿਬ, ਦੇਖੋ ਵਿਕਟਰੀ ਸਪੀਚ ਹੋ ਗਈ, ਮੈਂ ਤੁਹਾਨੂੰ ਇੱਕ ਖਿਤਾਬ ਦੇਣਾ ਚਾਹੁੰਦਾ ਜੀ, ਸੁਣਿਓ ਜ਼ਰਾ। ਦੋ ਜ਼ੁਬਾਨਾਂ ਤੇ ਮੁਸ਼ਤਮਿਲ ਖਿਤਾਬ ਹੈ। ਜੱਜਾ ਸਾਹਿਬ ਤੁਸੀਂ ਮਿਨਾਰਾ ਕਰਿਓ, ਮੈਨੂੰ ਅੱਛੀ ਨਹੀਂ ਲੱਗਦੀ। ਸੁਣਿਓ ਤੁਸੀਂ ਵੱਡੀ ਸ਼ਖਸੀਅਤ, ਖਲਲ ਨਾ ਪਾਇਓ ਵਿੱਚ, ਖਲਲ ਨਾ ਪਾਇਓ, ਪੂਰਾ ਖਿਤਾਬ ਨਾ ਪਾਇਓ। ਜੱਜਾ ਸਾਹਿਬ ਹੋਲਡ ਔਨ, ਤਿਆਰ ਹੋ ਜਾਓ ਸਾਰੇ। ਮਿਨਾਰਾਤੁਲ ਮੋਟੀਵੇਸ਼ਨ, ਜੱਜਾ ਸਾਹਿਬ ਤੁਸੀਂ ਮਿਨਾਰਾਤੁਲ ਮੋਟੀਵੇਸ਼ਨ ਹੋ ਬੱਚਿਆਂ ਵਾਸਤੇ। ਮੇਰਾ ਖਿਆਲ ਨਹੀਂ ਸਮਝੇ ਤੁਸੀਂ, ਜ਼ਾਇਆ ਕਰ ਦਿੱਤਾ ਮੇਰਾ। ਮੈਨੂੰ ਇੱਕ ਦੀਵਾਨੇ ਨੂੰ ਤੁਸੀਂ ਐਡਾ ਇੰਜ ਕਹਿ ਰਹੇ ਹੋ ਤੇ ਇੰਜ ਠੀਕ ਹੈ, ਮੈਂ ਨਹੀਂ ਸਮਝਦਾ। ਅੱਲਾਹੁ ਅਕਬਰ। ਜੱਜਾ ਸਾਹਿਬ ਸੱਚਾਈ ਦਾ ਮਿਆਰ, ਮੇਰੇ ਬਾਰੇ ਤੁਹਾਡਾ ਤਖਯਲ ਗਲਤ ਹੈ। ਨਹੀਂ ਜੱਜਾ ਸਾਹਿਬ, ਮੈਂ ਕੋਈ ਫਕੀਰ ਬੰਦਾ ਵਾਂ, ਮੈਂ ਜੋ ਸਮਝਣਾ ਵਾ ਮੈਂ ਸਿੱਧੀ ਜੀ ਗੱਲ ਮੈਂ ਇਹੀ ਕਹਿਣਾ, ਇਦਾਂ ਹੀ ਕਹਿਣਾ ਤੁਸੀਂ। ਵੱਡੇ ਲੋਕ ਅੱਗੋਂ ਇੰਜ ਹੀ ਕਹਿੰਦੇ ਹੁੰਦੇ ਨੇ, ਬਿਲਕੁਲ ਠੀਕ ਕਹਿ ਰਹੇ ਹੋ, ਇਦਾਂ ਹੀ ਮੋਡੈਸਟੀ ਵਿਖਾਣੀ, ਬਿਲਕੁਲ ਮੋਡੈਸਟੀ ਵਿਖਾਣੀ, ਬਿਲਕੁਲ। ਵੱਡਾ ਨਹੀਂ ਮੈਂ ਬਿਲਕੁਲ ਛੋਟਾ ਵਾਂ। आप लोग ਛੋਟਾ ਹੀ ਰਹਿਣ ਦੇ, ਮੈਨੂੰ ਵੱਡਾ ਨਾ ਬਣਾਓ। देखिए अकबर ही ਵੱਡਾ ਹੈ, अल्लाह अकबर कहो, अल्लाह अकबर ਵੱਡਾ ਉਹ ਹੀ है। आप लोग इतने साहब देखो करे ताकि वो साहब देखो ना हो जाए, ठीक है। मनारतुल मोटिवेशन बहुत अच्छा, जबरदस्त खिताब। मैं जज्जा साहब देखो, ये लिख देना ਇਹ ਜੱਜਾ ਸਾਹਿਬ ਦੀ ਜਦੋਂ ਤੁਸੀਂ ਵੀਡੀਓ ਲਾਓ, ਮੇਰੀ ਖਸੂਸੀ ਰਿਕੁਐਸਟ ਹੈ ਤੁਹਾਡੀ ਟੀਮ ਨੂੰ, ਇਹ ਲਿਖਣਾ। ਤੁਸੀਂ ਕਹਿੰਦੇ ਅੱਲਾਹ ਅਕਬਰ ਕਹਿੰਦੇ ਤੇ ਉਹ ਹੀ ਵੱਡਾ ਹੈ ਤੇ ਮੈਨੂੰ ਇਹ ਤੋਂ ਜ਼ਿਆਦਾ ਉਹ ਦੇਖੋ ਕਹਿ ਰਹੇ ਆ ਜੱਜਾ ਸਾਹਿਬ, ਦੇਖੋ ਤੁਸੀਂ ਘੱਟ ਬੋਲਣਾ ਹੈ ਹੁਣ, ਤੁਸੀਂ ਬਹੁਤ ਘੱਟ ਬੋਲਣਾ, ਸਾਨੂੰ ਤਾਰੀਫ ਦਾ ਮੌਕਾ ਦੇਣਾ। ਅੱਲਾਹ ਅਕਬਰ ਅਸੀਂ ਕਰ ਰਹੇ ਹਾਂ, ਸੁਭਾਨ ਅੱਲਾਹ ਨਾਲ ਅਸੀਂ ਪੜਿਆ। ਇੱਕ ਚੀਜ਼ ਦਾ ਤੁਸੀਂ ਹਲੇ ਵੀ ਵਜ਼ਨ ਮਹਿਸੂਸ ਨਹੀਂ ਕਰ ਰਹੇ, ਮਤਲਬ ਇਹ ਤੁਹਾਨੂੰ ਬਾਅਦ ਵਿੱਚ ਖੁਦ ਵੀ ਅਹਿਸਾਸ ਹੋਏਗਾ ਔਰ ਤੁਹਾਡੇ ਜਾਣ ਤੋਂ ਬਾਅਦ ਦੁਨੀਆ ਦੀ ਕਦਰ ਕਰੇਗੀ। ਜੱਜਾ ਸਾਹਿਬ ਇਸ ਬਰਾਤ ਦੇ ਉੱਤੇ ਗੱਲ ਸੁਣੋ, ਕਿਹੜੀ ਗੱਲ ਕੀਤੀ ਹੈ ਜਦੋਂ ਤੁਹਾਨੂੰ ਵਜ਼ਨ ਹੋਇਆ ਹੈ ਮਹਿਸੂਸ, ਇਹ ਦੱਸੋ। ਮੈਂ ਦੱਸਣਾ ਤੁਹਾਨੂੰ ਆਪਣੀ ਗੱਲ ਦਾ ਵਜ਼ਨ ਨਹੀਂ ਮਹਿਸੂਸ ਹੋਇਆ ਕਿ ਤੁਸੀਂ ਕਿੱਡੀ ਵੱਡੀ ਗੱਲ ਕਰ ਗਏ ਹੋ ਜੱਜਾ ਸਾਹਿਬ। ਮੈਂ ਦੱਸ ਦੇਣਾ ਜੱਜਾ ਸਾਹਿਬ ਨੂੰ, ਮੈਂ ਦੱਸ ਦੇਣਾ ਤਾਂ ਕਿ ਦੁਨੀਆ ਵੀ ਸੁਣੇ ਤੇ ਦੁਨੀਆ ਨੂੰ ਪਤਾ ਚੱਲੇ ਕਿ ਜੱਜਾ ਸਾਹਿਬ ਨੇ ਅੱਜ ਉਹ ਦਲੇਰੀ ਵਿਖਾਈ ਹੈ ਜਿਹੜਾ ਇੱਥੇ ਬਹਿਣ ਵਾਲਾ ਵੱਡੇ ਤੋਂ ਵੱਡਾ ਚਰਬ ਜ਼ੁਬਾਨ ਤੇ ਆਪਣੇ ਆਪ ਨੂੰ ਪਹਿਲਵਾਨ ਸਮਝਣ ਵਾਲਾ ਉਹ ਦਲੇਰੀ ਨਹੀਂ ਵਿਖਾ ਸਕਿਆ। ਠੀਕ ਹੈ ਜੀ, ਮੈਨੂੰ 1 ਮਿੰਟ ਦਿਓ, ਮੈਂ ਤੁਹਾਨੂੰ ਦਿਖਾਣਾ ਕਿ ਜਦੋਂ ਦਿਲ 'ਚ ਸੱਚਾਈ ਹੋਵੇ ਨਾ ਇਨਸਾਨ ਦੇ ਤੇ ਉਹ ਫਿਰ ਕਿਵੇਂ ਗੱਲ ਕਰਦਾ। ਮੈਂ 1 ਮਿੰਟ ਮੈਨੂੰ ਦਿਓ ਤੇ ਮੈਂ ਤੁਹਾਨੂੰ ਦਿਖਾ ਦਿੰਦਾ, ਮੈਨੂੰ 1 ਮਿੰਟ ਦੇ ਦਿਓ ਬਸ। ਇੰਨੀ ਵੀਡੀਓ ਤਾਂ ਪਤਾ ਨਹੀਂ ਕਿਹੜੀ ਕਿੱਥੇ ਪਈ ਹੈ, ਠਹਿਰੋ ਜਰਾ। ਚਲੋ ਗਵਾਚ ਗਈ।
ਜੱਜਾ ਸਾਹਿਬ ਦੇਖੋ ਮਾਸ਼ਾਅੱਲਾ, ਇੱਥੋਂ ਅੰਦਾਜ਼ਾ ਲਾ ਲਓ ਤੁਸੀਂ, ਇੱਥੋਂ ਅੰਦਾਜ਼ਾ ਲਾ ਲਓ ਕਿ ਜਮਾਤ ਦੀ ਕਿੰਨੀ ਮੁਖਾਲਫਤ ਕਰਦੀਆਂ ਨੇ ਤੇ ਉਹ ਕੀ ਲਿਖ ਰਹੀਆਂ ਨੇ ਸਿਸਟਰ ਥੱਲੇ ਕਿ ਮੈਂ ਸਭ ਅਹਿਮਦੀਜ਼ के खिलाफ हो गई थी लेकिन जज्जा भाई चेंज्ड माई माइंड। जज्जा साहब ਹੁਣ ਅਹਿਸਾਸ ਹੋਣਾ ਸ਼ੁਰੂ ਹੋਇਆ ਜੇ ਕਿ ਤੁਸੀਂ ਕੀ ਕਰ ਗਏ ਜੇ, ਕਿੰਨੇ ਜ਼ਿਹਨਾਂ ਦੇ ਉੱਤੇ ਤੁਸੀਂ ਅਸਰ ਪਾਇਆ ਜੱਜਾ ਸਾਹਿਬ। ਇਹ ਕਹਿ ਰਿਹਾ ਸਾਂ ਮੈਂ ਮਿਨਾਰਤੁਲ ਮੋਟੀਵੇਸ਼ਨ। ਜੱਜਾ ਸਾਹਿਬ ਤੁਸੀਂ ਮੋਟੀਵੇਟ ਕੀਤਾ ਲੋਕਾਂ ਨੂੰ। ਵਾਹ ਕਿੱਥੇ ਗਈ ਵੀਡੀਓ ਯਾਰ, ਇੱਕ ਮਿੰਟ ਜੱਜ ਸਾਹਿਬ, ਇੱਕ ਮਿੰਟ ਠਹਿਰੋ ਜ਼ਰਾ ਬਸ, ਲੱਭ ਜਾਂਦੀ। अल्लाह ताला बचाए मैनू, मैं ते बचना ही चाहना। और सुना जज्जा साहब, सेहत कैसी है आपकी? ठीक है? हाँ जी भाई ये कोई पूछने वाला सवाल है? हुने हुने उन्होंने मतलब इतना बड़ा वेदर कैसा है, सेहत कैसी है, लोगों की पूछना चाहिए। मान अल्लाह यार, सीना ठोक के एडा बड़ा काम कीता है ते ठीक ने ते कीता है ना उन्होंने माशाअल्लाह। उन्हां दे अंदर ये पूरी एनर्जी, एक कुव्वत, एक ताकत है ते उन्होंने सच बोलिया। लगदा जज्जा अपने आप नु ना हाथ ला ला के वेख रहा होना कि मैं ही बैठा आज इस बराड़ ते। वाकई जज्जा साहब नु यकीन है। ਲੋ ਜੀ ਜੱਜਾ ਸਾਹਿਬ ਸੁਣ ਲਓ ਤੁਸੀਂ ਕੀ ਕੀਤਾ ਹੈ। ਜੱਜਾ ਸਾਹਿਬ ਸੁਣ ਲਓ, मेरी तारीफ सुन लो। ਸੁਣ ਲਓ ਜੀ ਤੁਸੀਂ ਕੀ ਕੀਤਾ ਅੱਜ, ਸੁਣ ਲਓ ਜਿਹੜਾ ਉਹ ਕੋਈ ਹੋਰ ਨਾ ਕਰ ਪਾਇਆ। ਸੁਣੇ ਜ਼ਰਾ ਕਿ ਐਸੇ ਜਨਾਬ ਡਰਪੋਕ ਨੇ ਆਪਣਾ ਅਕੀਦਾ ਨਾ ਦੱਸਣਗੇ ਲੋਕਾਂ ਨੂੰ ਤਾਂ ਕਿ ਪਤਾ ਨਾ ਲੱਗੇ ਕਿ ਕੀ ਨੇ ਤੇ ਕੀ ਨਹੀਂ। ਦੱਸਦਾ ਤੈਨੂੰ ਜੱਜਾ, ਠਹਿਰ। ਸਮਝਿਓ ਕਿ ਨਹੀਂ? ਪੁੱਛੇ ਤੁਮ। अस्सलाम वालेकुम रहमतुल्लाहि वबरकातुहू। वालेकुम सलाम रहमतुल्लाह। मीर साहब एक क्वेश्चन था आपके लिए। हाँ जी। मेरा नाम राहिब है, मैं ऑस्ट्रेलिया से हूँ। ये जो आपके मिर्ज़ा गुलाम अहमद कादियानी साहब हैं, ये जी जी नबूवत का दावा करने से पहले जो 52 इयर्स, ये किस फ़िरके से इनका ताल्लुक़ था? जिस फिरके से मोहम्मद सल्लल्लाहु अलैहि वसल्लम का ताल्लुक था। इधर नंबर ले गया जज्जा, इधर पहला नंबर लिया जज्जे ने, पहला नंबर। क्यों? उसने देखो क्या गुस्ताखी करके सीधा मोहम्मद रसूलुल्लाह पे चला गया। अगले ने नाम भी लिया, अगले ने कोई ऐसी बात भी की नहीं। मैं कहता हूँ सीधा जवाब दिया जज्जा भाई ने। यार मैदान मार लिया था यहीं, ये वो मूवमेंट थी अपना सीकर भाई कहते हैं ना, ये वो लम्हा था जहां से सारी आगे रेस चेंज हुई। Yes, that was the moment जज्जा knew he dashed up। अब रसूलुल्लाह सल्लल्लाहु अलैहि वसल्लम का फिरका क्या था, ये एक मैं पूछना चाहता हूं। छोड़ो ना, वो चबल मार रहे हैं ना, ओदू की तो सवाल है। मेरी बात सुने, मेरी बात नहीं देगा, तुसी जीत गए ऑलरेडी। मेरी बात सुने, वो मीर की सुन बात तो लो ना, वो दस रहा को सुनो जरा पूरी सुनो। मोहम्मद सल्लल्लाहु का किसी फ़िरके से ताल्लुक़ था? आप बता दें किस फिरके से ताल्लुक था उनका। मेरा नहीं ख्याल कि हज़रत सल्लल्लाहु का किसी फ़िरके से ताल्लुक़ था। कुरान की आयत। हाँ तो वही हाल, नबी जैसे वो नबी थे वैसे ही ये नबी हैं। जी जी, कुरान तो था ही नहीं ना। कुरान को पैदाइशी तौर पर तो नहीं नबी करीम सल्लल्लाहु अलैहि वसल्लम नाज़िल हो गया था। कुरान तो 40 साल के बाद नाज़िल हुआ है और 23 साल के अरसे में नाज़िल होता रहा है। उससे पहले कौन सा फ़िरका था? तब तो कुरान था ही नहीं। जी आपकी बात दुरुस्त है, लेकिन जब कुरान की एक आयत हज़रत आपके जो मिर्ज़ा गुलाम अहमद कादियानी साहब हैं, अगर उनकी ज़िंदगी में एक आयत जब मौजूद है कि अल्लाह की रस्सी को मजबूती जी, से वो क्या आयत है बताएं? और तफरके में ना पड़ो। अल्लाह की रस्सी से क्या मुराद है? अल्लाह की रस्सी से क्या मुराद है? अल्लाह का कुरान है। अच्छा, तो अगर जब ये इस आयत के होते हुए, हाँ तो यही तो वो कहते हैं किस कि कुरान को पकड़ो, लेकिन कुरान को आप पकड़ेंगे भाई जिस फिरके में मोहम्मद सल्लल्लाहु अलैहि वसल्लम थे। फिर वही सवाल, उसका जवाब आपको दे दिया भाई, जिस फिरके में मोहम्मद सल्लल्लाहु अलैहि वसल्लम थे उसी फिरके से मसीह मौऊद अलैहिस्सलाम थे। तो इसका मतलब है कि मिर्ज़ा गुलाम अहमद कादियानी साहब एक मुसलमान थे। ये जो मोहम्मद सल्लल्लाहु अलैहि वसल्लम थे वही वो थे। अल्लाह अकबर, रोके ना यहाँ पे सीकर साहब। ये देखें जो खामोशी, आगे से जो शर्मिंदगी, जो रुकावट, क्या एक लम्हा जज्जा भाई ने दिखाई है यहाँ पे? ना एक सेकंड का तवक्कुफ किया उन्होंने मिर्जा साहब को मुसलमान डिक्लेयर करते हुए। बिल्कुल। यार मैं कहता हूँ मुड़ के भी देखा, दाएं बाएं भी देखा, किसी की तरफ के कोई देख तो नहीं रहा। सर उसने अपनी हवा नहीं देखी पीछे, वो अगला निकल गया। सर कोई ख्याल किया जज्जा भाई ने कि गैर अहमदियों की ब्रॉड है? ना।
अब बताएं मैं क्यों ना तारीफ करूं, मैं क्यों ना कहूं कि ये मोटिवेशन का मीनार है। और मैं कहना बच्चों जायज, बिल्कुल जायज, जायज 100% जायज। बिल्कुल ऐसा ही है। मैं आपको वही बात बताता हूँ जो सीधी बात है कि जब मोहम्मद रसूलुल्लाह सल्लल्लाहु अलैहि वसल्लम आए, जज्जा साहब हुण तुसीं ना हुण सिर्फ ताज पाओ, ਤੁਸੀਂ ਜਿਹੜੀ ਸ਼ਾਲ ਰੱਖੀ ਹੈ ਹੁਣ ਤਾਜ ਪਾ ਕੇ ਤੁਸੀਂ ਸਿਰ ਤਖਤ ਤੇ ਬਿਰਾਜਮਾਨ ਹੋ। बस तारीफा करने लिए ਅਸੀਂ ਹੈ ਨਾ ਜੱਜ ਸਾਹਿਬ, ਅਸੀਂ ਕਰਾਂਗੇ। ਹਾਂ ਤੁਸੀਂ ਕੀ ਬੋਲਣ ਲੱਗੇ ਨਾ, ਤੁਹਾਡਾ ਲਫ਼ਜ਼ ਨਾ ਨਿਕਲੇ ਕੋ ਮੂੰਹ ਚੋਂ, ਨਾ ਸੁਣਿਆ ਨਾ। ਉਹ ਜਿਹੜਾ ਤੁਸੀਂ, ਮੈਂ ਕਹਿੰਦਾ ਕਿ ਇਹ ਵਾਹਿਦ ਬੰਦਾ ਨਹੀਂ, 5-6 ਹੋਰ ਨੂੰ ਪੁੱਛਿਆ ਪ੍ਰਾਈਵੇਟ ਮੈਸੇਜਾਂ ਤੇ WhatsApp ਦੇ ਉੱਤੇ ਲੋਕੀ ਪਾਗਲ ਹੋਏ ਪਏ ਨੇ। ਇਹ ਸਨੂਕਰ ਤੋੜਨ ਵਾਲਾ ਇੱਕ ਮਾਂ ਨੇ ਲਾਲ ਪੈਦਾ ਕਰਨਾ ਸੀ ਤੇ ਉਹ ਸੀ ਜੱਜਾ ਸਾਹਿਬ। ਬਸ ਯਾਰ ਵੇਖ ਲਓ, ਅਸੀਂ ਐਕਸਪੈਕਟ ਨਹੀਂ ਸੀ ਕਰ ਰਹੇ, ਮੇਰੇ ਖਿਆਲਾਂ 'ਚ ਵੀ ਨਹੀਂ ਸੀ ਕਿ ਇਹ ਬੰਦਾ ਆ ਕੇ ਏਡਾ ਵੱਡਾ ਤਮਗਾ ਲੈ ਜਾਏਗਾ ਤੇ ਕੰਮ ਕਰ ਜਾਏਗਾ। ਤੁਸੀਂ ਵੇਖੋ ਕਿ ਅੱਜ ਕਿੰਨੇ ਪਿਕ ਕੀਤਾ ਹੈ ਮੈਨੂੰ ਨਹੀਂ ਪਤਾ ਚੱਲਿਆ। ਜੱਜਾ ਸਾਹਿਬ ਉੱਤੇ ਆਏ ਨੇ ਲੇਕਿਨ ਅੱਜ ਕੰਮ ਹੋਣਾ ਸੀ ਸਰ, ਲਿਖੀ ਸੀ ਅੱਜ। ਅੱਲਾ ਹੀ ਜਾਣਦਾ ਹੈ। अच्छा, इसमें एक पॉइंट है जज्जा साहब, आप थोड़ा तवज्जो इस तरफ भी दे कि आपको लगता है एक सवाल किया गया इल्मी, उसका इल्मी जवाब होना चाहिए, राइट, जिस तरह आपने दिया। हाँ बिल्कुल। ये सामा भाई आपकी बात, आपने जो बात की है ना बहुत ज़बरदस्त है। इसका एक इल्मी पॉइंट यही है कि जो जिसने सवाल किया उसका यही जवाब होना चाहिए था कि हाँ जी मुसलमान थे, बस। जबरदस्त यार, ये बंदा जज्जा साहब एक ही तो दिल है। जज्जा साहब एक ही दिल है, कितनी बार लूटोगे? एक ही तो दिल है, कितनी बार लूटोगे या जालिम। अच्छा, इस पे एक और पॉइंट दे दिया साहब, आप ईमानदारी से बताइएगा, ठीक है, कि चले उसने एक इल्ज़ामी जवाब दे दिया और वो उस पर ठहर गया, राइट, लेकिन आपको पता है कि इल्ज़ामी जवाब तभी वर्क करता है जब दूसरा उस चीज़ पे बिलीव करता हो। वो आगे से कह रहा है कि आप सल्लल्लाहु अलैहि वसल्लम का कोई फ़िरका है ही नहीं है, फिर भी फोर्सफुल किया जा रहा है कि नहीं उनका है और वही फ़िरका मिर्ज़ा साहब का है। क्या ये अकली तौर पर? हाँ, लेकिन हाँ इस बात की एक हकीकत है असमा भाई, इस बात की एक हकीकत है कि जब हज़रत मोहम्मद रसूलुल्लाह सल्लल्लाहु अलैहि वसल्लम आए तो उनसे पहले से ही दीन जो है वो तो पहले से ही चल रहा था ना। जज्जा साहब कितना दिल लुटोगे, की कर रहे हो। असामा भाई से कोई बात की है, असामा भाई ने कोई बात की है, असामा भाई से कोई बात कर लेने देना, मेहरबानी। इतनी भी मुझे नहीं बात करने की इजाज़त देते तो फिर असामा भाई को मैं बहुत सुनता हूँ और बहुत ही अच्छा ये एक्सप्लेन भी करते हैं और दयानतदारी से कोई बात करते हैं, जो भी दयानतदारी से समझते हैं। तो पीछे रह गया सर, हाँ अच्छा, थोड़ी सी मुझे मौका दे दें उनसे बात करने। जब हमारे प्यारे नबी सल्लल्लाहु अलैहि वसल्लम आए तो उनसे पहले बहुत से अंबिया जो हैं वो आ चुके थे, दीन जो है वो शुरू से ही चला आ रहा था। जी अगर आप स्पीकर साहब, जज्जा भाई आप सिर्फ अब तारीफ एंजॉय कीजिए यार। असामा भाई ये आपके भाई आपको बात करना देते हैं या आपकी मेरी बात होने देते हैं या नहीं देते? एक्साइटेड जज्जा साहब, एक्साइटमेंट तारीफ। मैं असामा भाई से बात करना चाहता हूँ, मैं असामा भाई से बात करना चाहता हूँ। दूसरे दोस्त म्यूट करें प्लीज प्लीज। आज मेहरबानी मानना ही पड़ेगा, फिर आज काम ही आपने बना दिया। आज जज्जा साहब चलिए म्यूट लो। आपका शुक्रिया है असामा भाई से। मेरी थोड़ी सी बात, जो दीन है वो तो शुरू से चला रहा था। हज़रत ईसा अलैहिस्सलाम आए, हज़रत मूसा, हम सब अंबिया को मानते हैं ना असामा भाई, आप भी मानते हैं। जब उस वक्त जो ईसाई थे, मुशरिक थे, यहूदी थे, जो भी रसूलुल्लाह सल्लल्लाहु अलैहि वसल्लम के इर्द गिर्द थे लोग, जब उनमें वो आए तो उनमें आकर उन्होंने अपनी तलीम जो है वो देनी शुरू की। तो उन लोगों ने उनको यही कहा कि ये जो बंदा आया है ये हमारे दीन में तफरका डाल रहा है, ये फिरका बना रहा है। ਵੇਖੋ ਦੋਕੀ ਅੱਜ ਤੁਹਾਨੂੰ ਕਿਵੇਂ ਫੁੱਲ ਮਾਰ ਰਹੇ ਨੇ, ਚੈੱਕ ਕਰ ਕੀਤਾ ਜੇ? ਇਹ ਨੇ ਮੁਸਲਮਾਨ, ਅੱਲਾਹੁ ਅਕਬਰ, ਇਹ ਨੇ ਮੁਸਲਮਾਨ। ਮੈਂ ਕਹਿੰਦਾ ਜੀ ਜਿੰਨਾ ਕਹਿ ਦਿੱਤਾ ਗਿਆ ਨਾ ਟੌਪਿਕ ਤੇ ਵੀਰ ਭਾਈ,
ਕਹਿਣ ਦੀ ਲੋੜ ਨਹੀਂ भाई बात हो ज्यादती हो जाएगी। जज्जा भाई को तो अब बोलना ही नहीं चाहिए, ताज पहने विराजमान हो जाए। भाई और आप एक काम करें, नहीं टीकर भाई आप अगर वो जज्जा भाई एक मिनट ठहरे हो, जज्जा भाई एक मिनट ठहरे हो जरा। जी भाई ठहरे हो जरा। असामा मैं भाई कह रहा हूं, अगर आप मौका देंगे तो मैं बात, असामा भाई मौका देंगे तो मैं आप बात दोनों को करूंगा, मौका देते हैं, वरना- आप दोनों को अभी मौका देते हैं, सिर्फ हम एक बात कर लें जरा ना वो। हाँ जी 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 भाई जी जी, मैं कह रहा हूँ सिर्फ अगर उस रिकॉर्डिंग को थोड़ा सा आगे चलाएंगे, आप दोबारा जज्जा साहब पे कुर्बान जाने का दिल करेगा आपको, क्योंकि उधर आगे एक बात की है उस बंदे ने। अच्छा तो जी। उसका जवाब जज्जा साहब ने एडवांस दे दिया कि अल्लाह के नबी किस चीज के ऊपर थे और उन्होंने क्या किया था। सुभान अल्लाह, जबरदस्त जबरदस्त। मैं एक मिनट चला देता हूँ। मुसलमान है, जिस फिरके से मोहम्मद सल्लल्लाहु अलैहि वसल्लम का ताल्लुक था। मोहम्मद सल्लल्लाहु अलैहि वसल्लम का किसी फिरके से ताल्लुक था? आप बता दें किस फिरके से ताल्लुक था उनका। मेरा नहीं ख्याल कि हज़रत सल्लल्लाहु अलैहि वसल्लम का किसी फिरके से ताल्लुक था। कुरान की आयत हाँ के तो वही होते हाल, हुए- नबी जैसे वो नबी थे वैसे ही ये नबी है। जी जी, कुरान तो था ही नहीं ना। कुरान को पैदाइशी तौर पर तो नहीं नबी करीम सल्लल्लाहु अलैहि वसल्लम पर नाज़िल हो गया था। कुरान तो 40 साल के बाद नाज़िल हुआ है और 23 साल के अरसे में नाज़िल होता रहा है। उससे पहले कौन सा फिरका था? तब तो कुरान था ही नहीं। जी आपकी बात दुरुस्त है, लेकिन जब कुरान की एक आयत हजरत आपके जो मिर्ज़ा गुलाम अहमद कादियानी साहब हैं, अगर उनकी ज़िंदगी में एक आयत जब मौजूद है कि अल्लाह की रस्सी को मजबूती जी, से वो क्या थामे आयत है रखो बताएं। और तफरके में अच्छा, ना अच्छा। पड़ो। अल्लाह की फिरके रस्सी में से ना क्या पड़ो। मुराद है? अल्लाह की रस्सी से क्या मुराद है? अल्लाह का कुरान है। अच्छा तो अच्छा तो अगर फिर? जब ये इस आयत के होते हुए हाँ तो यही तो वो कहते हैं वो किस कि फिरके कुरान में को थे? पकड़ो, लेकिन कुरान को आप पकड़ेंगे भाई जिस फिरके में मोहम्मद सल्लल्लाहु अलैहि वसल्लम थे। फिर वही सवाल, उसका जवाब आपको दे दिया भाई, जिस फिरके में मोहम्मद सल्लल्लाहु अलैहि वसल्लम थे उसी फिरके से मसीह मौऊद अलैहिस्सलाम थे। तो इसका मतलब है कि मिर्ज़ा गुलाम अहमद कादियानी साहब एक मुसलमान थे। ये जो सिर्फ मोहम्मद सल्लल्लाहु अलैहि वसल्लम थे वही वो थे। देखें तो अच्छा चलें, सही है, लेकिन क्या वो सिर्फ मुसलमान थे या वो किसी फिरके में थे 52 साल तक? मोहम्मद सल्लल्लाहु अलैहि वसल्लम किसी मुसलमान, सिर्फ मुसलमान थे या किसी फिरके में थे? मोहम्मद सल्लल्लाहु अलैहि वसल्लम इधर भी अहीर भाई माइक खोलें। अहीर भाई इधर भी ये मार खा गया, जज्जा ने कहा वो नहीं थी। जी, लेकिन अभी बहुत इंपॉर्टेंट चीज आ रही है, बहुत इंपॉर्टेंट चीज आ रही है आगे। सलाम अल्लाह के सच्चे पाक नबी थे, मुसलमान थे, मोमिन थे, जी जी, माही यही थे, सारा आपके कुछ मसीह मौऊद अलैहिस्सलाम भी थे। जी जी बिल्कुल जी बिल्कुल। जी, लेकिन उनकी राइटिंग्स में ये यही- राइटिंग मिलती है ना कि जी जी फॉर द लास्ट 52 इयर्स वो किसी ऐसे अकीदे कहाँ पर लिखा हुआ है? हवाला दें जरा। उनकी राइटिंग्स में है ना ऐसा, आप जानते हैं इस बात को। तो प्यारे भाई जान, आप वो देखें, पहेलियां ना मुझे बुझाएं। अगर आप उनकी राइटिंग्स पर बात करनी है तो राइटिंग का रेफरेंस दें, हम उनकी किताब खोल के देख लेंगे लिखा हुआ है या नहीं लिखा हुआ। सही है कि गलत है? तो मिर्जा गुलाम अहमद कादियानी साहब का 52 साल कोई फिरका नहीं था। एक ही बात आप 50 दफा भी पूछेंगे तो उसका वही जवाब है। कोई नया सवाल है तो करें। दलेरी नहीं है। नहीं, सर, दलेरी तो मेरा यही बिल्कुल सवाल नहीं। था कि अगर कोई फिरका था हाँ, तो उनका फिरके वही का नाम फिरका है बता जो दें, मोहम्मद अगर सल्लल्लाहु अलैहि वसल्लम का नहीं फिरका है। तो फिर हाँ, अगर वही था। आपके अगर मोहम्मद सल्लल्लाहु अलैहि वसल्लम का मिर्जा- कोई फिरका था तो वो मसीह मौऊद अलैहिस्सलाम का फिरका था। हाँ जी, गुलाम अहमद कादियानी साहब अगर सिर्फ मुसलमान थे तो यहाँ पे जब आके लोग कहते हैं कि वो सिर्फ मुसलमान हैं और ईमान वाले हैं, अच्छा तो आपको फिर उनके किरदार जी। पे उंगली नहीं उठानी चाहिए कि आप अपना फिरका किरदार जबरदस्ती पे बताएं। आपको आपसे मैंने पूछा है कौन सा फिरका है आपका? नहीं, मैं काफी देर से बैठा आपको सुन रहा था। आपसे मैंने ये पूछा है कि आपका कौन सा फिरका है? जज्जा भाई सुनो सुनो। नहीं, हमारा आपस में इंट्रोडक्शन नहीं हुआ ना। अगर होता तो आप तो जरूर पूछा है पूछते। मैं जानता हूँ आपको। मैं फिर वही बात, इंट्रोडक्शन क्या आपने मुझे शनाख्ती कार्ड की कॉपी दिखानी है? आप ऊपर आए हैं, आप सवाल करना शुरू हो गए हैं। मुझे कोई जरूरत नहीं है आपका फिरका जो मर्जी हो, मैंने क्या करना है आपका फिरका? जी जी, आप ये जुबान आपने सवाल दराजी किया है, में मैंने ऐसे जवाब दे जीत दिया सकते है। हैं, लेकिन मैं सिर्फ आपसे बड़े प्यार से सिर्फ क्वेश्चन पूछा है। आप बेशर्मी अगर में उनका जीत सकते फिरका- हैं, लेकिन इस बेशर्मी के अंदर अगर आप गौर करें तो मैंने आपसे फिरका तो पूछा ही नहीं। आप गलत बयानी कर रहे हैं, झूठ बोल रहे हैं। शर्म नहीं बिल्कुल थोड़ी सी सच आपको बोल आई रहा इस बात पर? आपको शर्म आ रही है इस बात पे? बिल्कुल झूठ बोल कि रहे हैं बिला आप। वजह नहीं, आपको जुबान बिल्कुल शर्म दराजी नहीं आ रही। आप कर रहे हैं।
बिल्कुल आपको शर्म नहीं आ रही, आप झूठ बोल रहे हैं, बहतान बाजी कर रहे हैं, बहतान बाजी कर रहे हैं जी। बंदा ऊपर आता है तो मैं उससे फिरके पूछता हूँ और मैं उस पर उंगलियां उठाता हूँ, झूठ बोल रहे हैं आप, गलत बयानी बहतान बाजी कर रहे हैं। मैंने तो नहीं आपसे पूछा से रट नहीं लगाई हुई नीचे, किसी को वहाबी कह रहे हैं, किसी को क्या कह रहे हैं। भाई आपसे मैं तो कह रहा हूँ जो क्यों वहाबी नहीं दुनिया में कोई कौम हुई। जब आप किसी की तरफ उंगली उठाएंगे कि वो वहाबी है तो अगर अगला बंदा पूछेगा नहीं कि तो वहाबी जो है उसको क्या कहें, उसको वहाबी को क्या कहें जिंजुआ साहब, वहाबी को क्या कहें जो वहाबी है, पहले बात सुन लेना, जो वहाबी है उसको क्या कहें कि वो बरेलवी है या उसको कहें कि वो यहूदी है, जो वहाबी है उसको वहाबी कहना और क्या कहना। आप वहाबी को वहाबी कहें, मैं आपके साथ हूँ इस बात पे। हाँ तो ये वहाबी है, ये इम्तियाज ये वो किधर है वो बात? आप जब उस पर लानत भेजते हैं तो उसको वहाबी कहने से फिर आपको क्या तकलीफ है? मुझे कोई तकलीफ नहीं है, मैं आपको कह रहा हूँ कि अगर आप किसी लग रहा है आपको तकलीफ हो रही है भी, उसको वहाबी क्यों कह रहे हैं? कौन सी बात? फिरके की डेफिनेशन वाली कि फिरका कट के अलहदा होने को कहते हैं, तो मोहम्मद सल्लल्लाहु अलैहि वसल्लम ने क्या किया था माशरे से, वो है असल पॉइंट। आ रही वो भी आ रही। हाँ वो मैं तो उसी की बात कर रहा हूँ। मीर सलीम साहब, दो कान है एक जुबान है, थोड़ा सुन भी लिया करें। तो आपके भी दो कान हैं कि आपने एक बंद किया हुआ है? दीदी आपने कहा ना कि चुप करके मेरी बात सुने, मैंने चुप करके आपकी बात सुनी है, फिर अपनी बात का जवाब देने लगा। कोई नहीं सुनी, आप तो मुसलसल अंदर बोल रहे हैं, आप तो मेरी बात मुकम्मल भी नहीं होने देते, मुसलसल अंदर बोल रहे हैं आप। तो मुझे दो कान बता रहे हैं तो आपका एक कान है, एक बंद करवाया हुआ है। सही बात है, वैसे मैंने एक कान में हैंड फ्री पहनी हुई थी। अच्छा बड़े भाई, जब आप किसी से फिरका पूछेंगे या किसी को टॉन्ट करेंगे तो अगर कोई बंदा आपसे आके आपके बड़ों का फिरका पूछेगा तो आप बता दिया करें कि वो बरेलवी थे या वहाबी थे। बता दिया है मैंने, वही मोहम्मद सल्लल्लाहु अलैहि वसल्लम का फिरका नहीं था। अगर मोहम्मद सल्लल्लाहु अलैहि वसल्लम वहाबी थे तो वो वहाबी थे, अगर वो सिर्फ सच्चे मुसलमान थे। मोहम्मद सल्लल्लाहु अलैहि वसल्लम वाला फिरका है, आपको बता दिया है। मोहम्मद सल्लल्लाहु अलैहि वसल्लम का कोई फिरका नहीं था, आप सारी बातें। हाँ तो मोहम्मद सल्लल्लाहु अलैहि वसल्लम का भी फिरका था, ये भी आपको नहीं पता कि उनका कोई फिरका नहीं था? जी उनका कोई फिरका किसी बिल्कुल फिरका था उनका। इसको 5 सेकंड पीछे कर लें ताकि बात ये चले, और मैं बताऊं लोगों को कि गौर से सुनिएगा। इसको कहते हैं हिम्मत, जो आज हमारे जजा भाई ने की है ना, डंके की चोट भी उन्होंने कहा है कि मोहम्मद सल्लल्लाहु अलैहि वसल्लम से पहले ही दीन इस्लाम चला आ रहा था और वो भी मुसलमान थे, कोई ऐसा फिरके वाला चक्कर नहीं है। अब चलाएं जरा, चलाएं जरा, अब सारी बातें। हाँ तो मोहम्मद सल्लल्लाहु अलैहि वसल्लम का भी फिरका था, ये भी आपको नहीं पता कि उनका कोई फिरका नहीं था? उनका भी फिरका था, किसी बिल्कुल फिरका था उनका, बिल्कुल उन्होंने बिल्कुल फिरके की बुनियाद रखी है उन्होंने। आपको पता ही नहीं फिरका कहते हैं किसको है? मुझे किसी फिरके की बुनियाद नहीं रखी। हाँ किसको कहते हैं बताएं? जो टूट के अलग हुआ होता है असल से, उसे फिरक कहते हैं, फर्क। हाँ तो वो टूट के अलग नहीं हो गए थे अपने मुआशरे से ये सारे? तो बस नहीं वो कौन सा माशरा, वो अरब माशरा, वो जो ये बात थी। से टूट कर रसूलुल्लाह अलग हुए थे। जजा साहब तुसी होता ना बोलो, ताज सर थले। यहाँ पर एक बात गौर करने वाली है, अलग हुए थे। गल तो सुनो ना, गल सुनो मेरे दोस्त, ये ठीक है क्या है कि दादा साहब देखो, मैं ताड़ी गल एक्सप्लेन कर रहा, तुसी क्या है कि दीन तो पिछले पैगंबरों से चला आ रहा था, ठीक है। हुण फिरके का मतलब होता है असल से टूट के अलहदा होने वाला, वो असल तो अलहदा नहीं ना, यही तेरा मकसद सी गल करना। हुण जज्जा साहब इन्हें पता की बकवास अलग तो नहीं हुए थे, असल से टूटकर अलग तो नहीं हुए थे, लेकिन दूसरे लोग असल से हट गए थे। इसी तरह ये मिसाल इसी तरह ही है कि इस तरह की मिसाल है कि जिस तरह के ये फिरके जो हैं वो टूट कर दीन से अलग हो गए हैं और फिर इनमें एक मसीहा है। ठीक हो, बिल्कुल ठीक तुसी कह रहे हो, लेकिन इसी तरह ही रसूलुल्लाह सल्लल्लाहु अलैहि वसल्लम आए थे जब वो बुतों की पूजा करने लग गए। जदा साहब गलत सुनो, मैं ताड़ी गल एक्सप्लेन कर रहा, गलत सुन लो। तुसी देखो माशाल्लाह कितनी खूबसूरत गल की थी कि दीन तो पिछले हजरत आदम अलैहिस्सलाम से, पिछले पैगंबरों से चला आ रहा था, तो नबी पाक सल्लल्लाहु अलैहि वसल्लम ने आके फिरका नहीं बनाया। फिरका तो होता है असल से अलग कर देने वाला, उन्होंने असल से जोड़ दिया। तो ये इस बंदे में दलील थी जो आपने दिखाई है, माशाल्लाह जबरदस्त यार, बहुत जबरदस्त, माशाल्लाह जबरदस्त। खराज तहसीन पेश करते हैं, हमारा भी सलामत रहे, खुश रहे, हमारा भी ईमान यही है। आप मिर्जा साहब जो और आबाद और शाद हुए थे उनको टूटे हुओं को एक किया है कि इसको नहीं छोड़ सकते आप। बहुत प्यारी बात, खूबसूरत।
खूबसूरत बात जिस तरह के मोहम्मद रसूलुल्लाह सल्लल्लाहु अलैहि वसल्लम के ज़माने तकलीफ में जुबान को जज्जा साहब आपने पहले कमाल कर चुके हैं, आप और कितना करेंगे? बस जज्जा साहब दिल कितनी बार जीतेंगे आप, माशाल्लाह जज्जा साहब आपने आज कमाल कर दिया है। अब तो इसके बाद तो बोलना जब ਤੁਸੀਂ ਇਸ ਤਰ੍ਹਾਂ ਦੇ ਅਜ਼ੀਮੋ ਸ਼ਾਨ ਅੱਲਾ ਦੇ ਬੰਦੇ ਹੋ, ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ। ਦੇਖ ਲਓ ਤਾਰੀਫ ਕਰਨ ਲਿਆ ਕਰੋ, ਜੈਸਾ ਮੁਹੱਬਤ ਕਰਨ ਵਾਲਿਆਂ ਨੂੰ ਰੋਕੀਦਾ ਨਹੀਂ ਹੁੰਦਾ। ਮੇਰੀ ਤਾਰੀਫ ਕੋਈ ਨਹੀਂ, ਮੈਂ ਕਿਰਮੇ ਖਾ ਕਾ ਮੈਨੂੰ ਇੰਜ ਸਮਝੋ, ਨਹੀਂ ਮੇਰੀ ਕੋਈ ਤਾਰੀਫ ਨਹੀਂ। ਇਹ ਤੁਹਾਡਾ ਵੱਡਾਪਨ, ਇਹ ਤੁਹਾਡਾ ਵੱਡਾ। ਅੱਛਾ, ਵੈਸੇ ਮੈਂ ਗੱਲ ਨੋਟ ਕੀਤੀ ਹੈ ਕਿ ਜਿਹੜਾ ਇਨਸਾਨ ਆਲਾ ਉਹਦੇ ਤੇ ਹੁੰਦਾ ਨਾ, ਉਦਾਂ ਹੀ ਉਹ ਮੋਡੈਸਟ ਹੁੰਦਾ। ਕਿਵੇਂ ਵੀਰ ਭਾਈ? ਦੇਖ ਲਓ ਬਿਲਕੁਲ ਜੱਜਾ ਸਾਹਿਬ। ਦੇਖੋ ਥੋੜੀ ਦੇਰ ਪਹਿਲੇ ਜਦੋਂ ਵੇਖੋ ਕਿਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ, ਅੱਲਾ ਮਾਫ ਕਰੇ, ਬਹਿਸ ਕਰ ਰਹੇ ਸਨ, ਲੇਕਿਨ ਜਿੱਦਾਂ ਹੀ ਜੱਜਾ ਸਾਹਿਬ ਸੱਚਾਈ ਦੇ ਇਸ ਰੁਤਬੇ ਤੇ ਫਾਇਜ਼ ਹੋਏ ਨੇ ਨਾ, ਕਿਆ ਕਮਾਲ ਖੂਬਸੂਰਤੀ, ਝੁਕਾਓ, ਉਹ ਆਵਾਜ਼ 'ਚ ਨਰਮਪਨ, ਉਹ ਸਾਰੀਆਂ ਖੂਬਸੂਰਤੀਆਂ ਜੱਜਾ ਸਾਹਿਬ 'ਚ ਆ ਗਈਆਂ ਨੇ ਜਿਹੜੀਆਂ ਇੱਕ ਵੱਡੇ ਇਨਸਾਨ 'ਚ ਹੁੰਦੀਆਂ। ਗੁਲਦਸਤਾ ਦੇਖੋ, ਜਦੋਂ ਤੁਸੀਂ ਮੇਰੇ ਨਾਲ ਗੱਲ ਜ਼ਿਕਰ ਭਾਈ ਤੁਸੀਂ ਸ਼ੁਰੂ ਕੀਤੀ, ਮੈਂ ਤੁਹਾਨੂੰ ਸ਼ੁਰੂ ਤੋਂ ਹੀ ਤੁਸੀਂ ਮੈਨੂੰ ਮਤਲਬ ਬੇਇੱਜ਼ਤੀ ਵੀ ਕਰਨ ਦੀ ਕੋਸ਼ਿਸ਼ ਕੀਤੀ, ਸਭ ਕੁਝ ਕੀਤੀ ਦੋਸਤਾਂ ਨੇ, ਮੈਂ ਸਭ ਕੋ ਮਾਫੀ ਵੀ ਮੰਗ ਲਈ। ਇਹ ਵੀ ਉਹ ਵੀ ਕਰ ਲਓ। ਉਸ ਟਾਈਮ ਵੀ ਤੁਹਾਨੂੰ ਕੀ ਕਿਹਾ ਸੀ ਕਿ ਇਹ ਬੜੱਪਨ ਹੈ ਤੁਹਾਡਾ, ਤੁਸੀਂ ਅੱਛੀ ਗੱਲ ਕੀਤੀ। देखिए ਅਸਾਂ ਤੁਹਾਨੂੰ ਪਤਾ ਹੈ ਉੱਥੋਂ ਸ਼ੁਰੂ ਹੋਇਆ ਸਫ਼ਰ ਨਾ, ਇਹ ਸੱਚਾਈ ਦਾ ਔਰ ਹਿੰਮਤ ਦਾ ਸਫ਼ਰ ਹੀ ਉੱਥੋਂ ਸ਼ੁਰੂ ਹੋਇਆ। ਉਸਾਮਾ ਭਾਈ ਨੂੰ ਥੋੜਾ ਜਿਹਾ ਮੌਕਾ ਦੇ ਦਿਓ ਯਾਰ, ਉਹ ਵੀ मेरे ख्याल है उसामा भाई अब इस टॉपिक से हट जाते हैं। उसामा भाई ये टॉपिक को सिर्फ एक आखिरी चीज मैं कहूँगा, आखिरी कमेंट कर दे, और मैं बहुत अच्छा एक डॉक्यूमेंट रख के बैठा हूँ, मैंने उस पर बात करनी है। आप जी करें। इनको एक चीज समझानी है बस छोटी सी, उसके बाद इनका मुझे कमेंट नहीं चाहिए, कोई इल्जाम भी नहीं है। एक तरफ है मीर सलीम साहब, ठीक है जज्जा भाई, ठीक है, और दूसरी तरफ है ये इंसान जिनकी मैं आपको ऑडियो सुनाने लगा। कोई गलत बात नहीं है, लेकिन सुनिएगा, वो आयत पढ़ के एक आयत समझा रही है। इन्नल्लज़ीना फ़र्रक़ू दीनहुम, यकीनन वो लोग जिन्होंने अपने दीन को टुकड़े टुकड़े कर दिया, उसमें तफरीक कर दी, वकानू शयअन, और वो ग्रोह दर ग्रोह हो गए, फिरकों में बट गए। लस्ता मिनहुम फी शैन, तेरा उनसे कोई भी ताल्लुक नहीं। इन्नमा अम्रुहुम इलल्लाह, उनका मामला अल्लाह ही के सुपुर्द है। सुम्मा युनब्बिउहुम बिमा कानू यफअलून, फिर वो उनको खबर देगा उसकी जो वो किया करते थे। अब यहाँ फर्रक़ू दीनहुम पेशगोई है, ये कतई तौर पर वाज़ेह बात है, इसको अच्छी तरह समझ लें। यहाँ यहूद के बटे हुए फिरकों के मुतालिक तो अल्लाह नहीं फरमा रहा कि तेरा उनसे कोई ताल्लुक नहीं। रसूल सल्लल्लाहु अलैहि वसल्लम उनसे क्या ताल्लुक हो सकता था? वाज़ेह है कि यकीनन वो लोग जिन्होंने दीन को में तफरीक पैदा की और टुकड़े हो गए, लस्ता मिनहुम फी शैन, यानी वो आखिरी ज़माने के मुसलमान जो ग्रोहों में बट चुके होंगे, जिनके मुतालिक फरमाया कि वो 72 फिरकों में बदल जाएंगे। फरमाया तू उनका नहीं रहेगा, जिसके भी वो हों, तेरे नहीं, और तू उनका नहीं। इन्नमा अब अगली आयत आ जाती है। इसमें कमेंट ये कहना था जज़ा साहब कि ये आयत है कुरान मजीद की, चैप्टर नंबर 6 वर्स नंबर 160 अल इस्लाम पे। यकीनन वो लोग जिन्होंने अपने दिन को टुकड़े टुकड़े कर दिया और वो ग्रोह दर ग्रोह हो गए, तेरा उससे कुछ भी ताल्लुक नहीं। इसके मामले अभी तेरा उससे कुछ ताल्लुक नहीं, ये आप सल्लल्लाहु अलैहि वसल्लम से अल्लाह ताला फरमा रहे हैं कि आप सल्लल्लाहु अलैहि वसल्लम का उन लोगों के साथ कोई ताल्लुक नहीं है, इनका मामला खुदा के हाथ में है, और फिर वो उनको उसकी खबर देगा जो किया। सिर्फ इतना कहना था, एक तरफ वो है और एक तरफ ये आयत है, बस अब टॉपिक चेंज हो गया, सिर्फ मैंने इतना ही कहना था। जज़ाकल्लाह भाई, ये बहुत खूबसूरत बात बताई है उन्होंने, बहुत ही आला है। तो यही बात, अगर ये कहना जी, इसमें ये कहना कि जिन्होंने अपनी नई नई राहें निकाली, अगर इसको असमा भाई, इसको ये भी लिया जाए कि ये कादियानी जो हैं अहमदी, इन्होंने भी अपनी कोई राहें निकाल ली, तो इस पर बहस जो है वो ज़रूर हो सकती है। इस पर भी बहस ही है, इस पर एक मिनट, सॉरी भाई, थोड़ी बात, इस पर भी बहस ज़रूर उठी है, और इसमें
ہے وہ یہی بتایا ہے کہ مثلاً اگر کوئی اتنا امت میں فرقے بٹ چکی ہے، فرقہ دجیاں اڑ چکی ہیں اور سب ایک دوسرے سے اختلاف کر رہے ہیں، تو ان میں اگر کوئی خدا کا ایک بندہ آئے اور وہ ان کو ایک ہاتھ پر اکٹھا کرنے کی کوشش کرے، تو وہ اگر اس کی بات نہ مانے، ایک ہاتھ پر اکٹھا نہ ہوں، تو پھر ان کو کہاں جانا چاہیے؟ جو فرقے ہو چکے ہیں، یا تو پھر جنگل میں جا کر وہ لکڑیاں چبائیں، درختوں کی جڑیں کھائیں، یا پھر جو خدا تعالیٰ نے جس کو ہدایت دے کر بھیجا ہے پھر اس کے ہاتھ کے اوپر جمع ہوں، ایک جماعت ڈھونڈیں۔ جی آپ کو پتہ ہے، چلے میں نے صرف یہی آپ کو پھر ٹاپک چینج ہو جائے گا، ورنہ میں اس پہ آخری کامنٹ یہ کروں گا، آپ پلیز اس پہ جواب نہ دیجیے گا مجھے، لیکن آپ کو پتہ ہے آپ صلی اللہ علیہ وسلم کی حدیث ہے کہ ایک جماعت ہمیشہ حق پہ رہی۔ مختصر جواب یہ میں نے دیا ہے۔ اور اوور ٹو یو سکر بھائی، مجھے پتہ آپ ٹاپک چینج کرنا چاہ رہے تھے، میں نے زبردستی لے آیا اس طرف۔ السلام علیکم۔ وعلیکم السلام۔ بہرحال میں جو سمجھا ہوں نا وہ میں صرف اتنا بتا دیتا ہوں کہ جو خدا کی طرف سے آتا ہے، فرقوں میں اگر بٹی ہوئی قوم میں ایک خدا کا بندہ آ جاتا ہے، جس طرح کہ یہود بٹے ہوئے تھے، عیسائی بھی بٹ گئے بعد میں، تو اس میں رسول اللہ صلی اللہ علیہ وسلم آ گئے، تو انہوں نے بھی ایک بنیاد رکھی اسلام کی، اور جو اپنے ماننے والے ہیں ان کا نام خدا تعالیٰ نے مخاطب کر کے ان کو بتایا کہ ان کا نام مسلمین رکھو، مسلمین ہے۔ تو بظاہر تو یہود اور عیسائیوں کو بھی وہ ایک فرقہ ہی نظر آ رہا تھا نا۔ اب دیکھیں نا، یہ آپ نے اب یہ پوائنٹ ایک ویلڈ پوائنٹ ہے، لیکن مسئلہ یہ آتا ہے ججا بھائی، دیکھیں اب غور کریے گا۔ ایک ہے آپ کو بھی پتہ ہے کہ ہر انبیاء اس کی قوم مسلمان بھی جب تک وہ حق پہ رہی ہے، ماننے والے اس کے فالوورز، رائٹ، اسے مسلمین کہا گیا ہے۔ مسئلہ یہ پیدا ہوئی جو ورڈ ہے نا فرقہ، جب اسلام میں یوز کیا گیا ہے، یہ اسلام کی باؤنڈری کے اندر یوز ہو رہا ہے، اس کے باہر یوز نہیں ہو رہا، ٹھیک ہے۔ اس پہ ایمفسائز کرنا پڑے گا کہ یہ لفظ اسلام کی باؤنڈری کے اندر لایا گیا قرآن میں، اور پھر کہا گیا کہ اگر تم اسامہ بھائی یہ بات آپ کی درست ہے، امت میں فرقے بن جائیں گے، اب امت میں جب فرقے بن جائیں تو ان میں اگر کوئی خدا کا بندہ آ جائے کہ جو ان کو ایک ہاتھ پر اکٹھا کرنے کے لیے وہ تعلیم دے، تو وہ اپنی تعلیم دیتے ہیں، بظاہر آپ اس کو فرقہ کہہ سکتے ہیں۔ ہم بھی یہ بات مانتے ہیں کہ جماعت احمدیہ جو ہے وہ ایک فرقہ ہے، اس لیے ہم اس کو کہتے ہیں کہ کیونکہ اتنے فرقے بٹے ہوں تو ہماری پہچان کے لیے اس کا نام احمدیت ہے، احمدیہ فرقہ ہی کہا ہے، اور رسول اللہ صلی اللہ علیہ وسلم نے بھی فرقہ ہی کہا ہے کہ جو فرقوں میں بٹ جائیں گے ان کی حالت اس طرح کی ہو جائے گی، 72-73 کہنے کے بعد پھر کلہم فی النار، ایسا نہیں ہے کہ ہر فرد بشر ان میں جو ہے وہ نعوذ باللہ ناری ہوگا، ہاں یہ ہے کہ گہما گہمی ہے ان کے اندر آگ لگی ہے، ایک دوسرے سے اختلافات ہیں، معاملات سارے الجھے ہوئے ہیں، پتہ نہیں ہے کہ ہم نے کدھر جانا ہے، کس کو مانے کس کو نہ مانے، یہ ہے اصل اس کا مقصد۔ یہ نہیں ہے کہ وہ سارے یعنی جو فرقے ہیں جو بنے ہوئے ہیں ان میں بھی ایسے عظیم الشان جو لوگ ہیں، ہم تو اس بات کا یقین رکھتے ہیں کہ ویسے ایسے عالم لوگ ہیں کہ ان کا خدا تعالیٰ سے جو ہے وہ مکالمہ بھی ہوتا ہے، خدا تعالیٰ ان کو حقیقت میں خبریں بھی دیتا ہے، اور خدا کے بہت پیارے بندے ہیں انہی فرقوں میں سے، لیکن یہ سارے فردن یہ نہیں ہے کہ وہ جہنم میں پھینک دیے جائیں گے۔ ہاں اس میں یہ ہے کہ اللہ تعالیٰ ان سے معاملہ کرے گا، ہاں یہ ہے کہ ان کے اندر گہما گہمی ہے، مشکلات پڑی ہوئی ہیں، سمجھ نہیں آتی کدھر جائیں، کس کو مانیں، کون ٹھیک ہے بات کرتا ہے، کون درست ہے، اپنے معاملات میں جب اس کی بات سنتے ہیں تو ہم کو وہ بھی سچا لگتا ہے، وہ بھی درست لگتا ہے، دوسرے کی سنتے ہیں وہ بھی درست لگتا ہے، تیسرے کی سنتے ہیں یہ، لیکن اس میں ایک جو ہے وہ خدا کی طرف سے آنے والا ہو جائے تو پھر اس کی بات جو ہے وہ اوتھینٹک ہو جاتی ہے، وہ ایسی بات نہیں کرتا کہ جس سے جو ہے اس کے لیے ٹاپک ڈائیورٹ ہو جائے گا، لیکن چلے اب کامنٹس آ جائے گا، لیکن رہنے چھوڑ دیتا ہوں میں۔ اچھا ایک چھوٹا سا سوال ججا بھائی میں آپ سے پوچھنا چاہتا ہوں،
یا شاید مجھے تھوڑا سا 2-3 منٹ دے دیں. پوچھ لیں, آسان ہی سوال پوچھے گا, اتنا مشکل نہ ڈالیے گا. آسان ہی سوال پوچھوں گا. دیکھیں ہوتا کیا ہے کہ اللہ تعالیٰ نے جس کو ہدایت دینی ہوتی ہے نا اس کو چن لیتا ہے, ٹھیک ہے, اور اس کو جو ہے نا وہ چھوٹے چھوٹے میسیجز بھیجتا رہتا ہے. اب وہ جو میسیجز جو ریسیو کر رہا ہوتا ہے نا, اب اس کے اوپر ہوتا ہے کہ وہ اللہ سے ہدایت لینا چاہتا ہے یا نہیں لینا چاہتا, ٹھیک ہے. اللہ تعالیٰ تو ہر ایک کو ہدایت دینا چاہتا ہے, ٹھیک ہے, لیکن جو میسیج جس کو آ رہے ہوتے ہیں جو اگر تو وہ فاسق ہو تو پھر اللہ تعالیٰ نے 2-3 سچویشن کے لیے کہا ہے کہ فاسقوں کو اللہ ہدایت نہیں دیتا, ظالموں کو اللہ ہدایت نہیں دیتا, ٹھیک ہے. تو میں صرف ایک سوال ہے, کائنڈلی اس کو بڑے غور سے سمجھیے کہ اللہ تعالیٰ اگر آپ کو ہدایت دینا چاہے تو کیا آپ ہدایت لینا چاہتے ہیں؟ ظاہر ہے اللہ تعالیٰ ہدایت دینا چاہے تو ہر بندہ یہی چاہتا ہے کہ اللہ تعالیٰ ہدایت دے, تو میں اس سے اللہ تعالیٰ سے ہدایت لوں. ٹھیک ہے, تو آپ کو یہ بات تو پتہ ہی ہے نا کہ جماعت احمدیہ میں ہر بندہ تو ہدایت پہ نہیں ہوتا نا, ٹھیک ہے, کسی بھی جگہ پہ ہر بندہ ہدایت پہ نہیں ہوتا, ٹھیک ہے نا, ہر جگہ پہ ہر بندہ ہدایت پہ نہیں ہوتا. ہدایت پہ وہی آتا ہے جس کو جو ہدایت لینا چاہتا ہے, ٹھیک ہے, جو مختلف قسم کے اس کے پاس نشانات آ رہے ہوتے ہیں تو وہ کہتا ہے یار یہ تو بڑی اہم بات ہے, یہ میں نوٹس کیوں نہیں کی, ٹھیک ہے. تو دیکھیں آپ یہاں پر آئے تھے, آپ نے ٹاپک ہمارا لگا ہوا تھا کہ جو بہشتی مقبرہ ہے اس میں دفن ہونے کے لیے کیا کیا شرائط ہوتی ہیں, اور جو بقایا جات ہوتے ہیں اس میں میتوں کو جو ہے وہ روکا جاتا ہے. تو ہم لوگ شروع میں یہی بات کر رہے تھے کہ یہ کام صحیح نہیں ہے, اور ہم اپنا ذاتی فہم بھی دے رہے تھے کہ بھئی ایسا نہیں ہونا چاہیے. تو اس میں آپ نے جو ہے آتے ساتھ کچھ سٹیٹمنٹ دی تھی کہ نہیں, آپ نے کہا کہ ایسا نہیں ہوتا, جبکہ بہت سارے لوگوں نے یہ بیان دیے ہوئے ہیں, حلفیہ بیان بھی دیے ہوئے ہیں, انہوں نے اپنی زندگی کے ذاتی تجربے بیان کیے ہوئے ہیں, ٹھیک ہے. میرے بھی بہت سے جاننے والے ہیں, انہوں نے اپنے ذاتی تجربے بیان کیے ہوئے ہیں, ٹھیک ہے. تو اتنے یہ کھلے کھلے نشان ہوتے ہیں, یہ ہمیں نظر آ رہے ہوتے ہیں, اور جب تک ہم جماعت احمدیہ میں ہوتے ہیں نا تو ہم اس کو اکنالج نہیں کرنا چاہتے. میں آپ کو سمجھ گیا, میں جماعت احمدیہ میں ہوں اور میں اس کو جو ہے وہ سمجھتا ہوں, بڑے غور سے میں اس پر نظر ڈالتا ہوں. میں یہ سمجھتا ہوں کہ جب کوئی بندہ وصیت کرتا ہے تو اس بندے کو خود موت سے پہلے اپنی وصیت جو ہے وہ لکھ کر جانی چاہیے, تاکہ بعد میں کسی یعنی اولاد کو مشکل نہ پڑے. یعنی گھر تو باپ نے بنایا ہے, میں اگر مثلا میرا باپ ہے, اس نے وصیت کی ہے کہ بھئی میری جائیداد کا کل 10واں حصہ جو ہے وہ میں اللہ کی خاطر, یا یہ جماعت کو الہی نہ بھی سمجھیں آپ تو کوئی مسئلہ نہیں ہے, لیکن وہ تو سمجھتا ہے نا, اس نے کہا کہ میں اس الہی جماعت کی خاطر اپنا 10واں حصہ جو ہے وہ پیش کرتا ہوں. اب اس کی ایک وصیت ہے کہ جو موت کے بعد ہے. میں سمجھتا ہوں کہ موت کے بعد بیٹے جو ہیں وہ باپ کے اوپر جو قرض ہوتا ہے وہ اپنا ہاتھ کھڑا کر کے کہتے ہیں کہ ہمارا باپ فات پا گیا ہے, کسی کو کوئی قرض ہے یا کسی کے لیے انہوں نے کوئی وصیت کی ہوئی ہے تو وہ ہمیں کوئی بندہ بتا سکتا ہے, ہم اس کو پورا کریں. یہ اس باپ کی تو دیانتداری ہے, اس نے تو اپنا کام کر دیا, لیکن اب بچوں کی بھی یہ دیانتداری ہونی ہے کہ وہ جو باپ نے کر دیا ہے وہ اس کو پورا کر دیں. اگر وہ فی الحال نہیں پورا کر سکتے تو وہ کہہ سکتے ہیں کہ بھئی ہم پورا کر دیں گے, قسطوں میں پورا کر دیں گے, لیکن مر جانے والے کی وصیت جو ہے وہ تو ہے, اس کو تو نہیں روکا جا سکتا نا. جی بالکل. دیکھیں ججا بھائی بات میں آپ کی بات سمجھ رہا ہوں. آصف بھائی مجھے صرف اگر 1 منٹ دے دیں, اس کے بعد آپ صرف کنٹینیو کر لیں, صرف 1 منٹ مجھے دے دیں. لے جی ذرا ریکارڈنگ آن کر لیں. ججا صاحب تسی صرف 1 منٹ میوٹ لائے ہو تاکہ آواز ڈبل نہ ہو جائے, میں صرف ایک پیغام دینا ہے. ریکارڈنگ کریں جی آن ذرا سارے. تو
10 सेकंड के अंदर मैं वो स्टार्ट करूंगा। रिकॉर्डिंग ऑन कर ले जरा। जी ਹੁੰਦੇ ਨੇ ਨਾ ਉਹ ਖੋਤੇ ਤੇ ਉਹ ਲੈਣਾ ਲੂਣਾ ਪਵਾ ਕੇ ਤੇ ਜ਼ੈਬਰਿਆਂ 'ਚ ਵੜੇ ਹੁੰਦੇ ਨੇ। ਇਹ ਉਹ ਖੋਤੇ ਨੇ, ਇਹ ਭਾਬੀ ਕਿ ਜਿਹੜੇ ਲੋਕਾਂ ਨੂੰ ਦੱਸਦੇ ਹੀ ਨਹੀਂ ਕਿ ਇਹ ਭਾਬੀ ਨੇ। ਬਈ ਅਸੀਂ ਕਹਿੰਦੇ ਅਸੀਂ ਅਹਿਮਦੀ ਮੁਸਲਮਾਨ ਆ, ਅਸੀਂ ਕੁਛ ਸਾਬਤ ਕਰੀਏ ਜਾਂ ਨਾ ਕਰੀਏ, ਦਿਨ ਰਾਤ ਬਹਿ ਕੇ ਅਸੀਂ ਇੱਥੇ ਦਲੀਲਾਂ ਦਿੰਦੇ ਆ। ਅੱਜ ਤੱਕ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਆਪਣੀ ਵੀਡੀਓ ਤੇ ਹੀ ਸਾਡਾ ਜਵਾਬ ਦੇ ਦੇਣ। ਮੈਂ ਇਹਨਾਂ ਦੀ ਹਰ ਬੰਦੇ ਦੀ ਬਰਾੜ, ਕੋਈ ਬੰਦਾ ਕਹੇ ਮੇਰੀ ਬਰਾੜ ਤੱਕ ਅੱਜ ਤੱਕ ਨਹੀਂ ਆ, ਮੈਨੂੰ ਇਹਨਾਂ ਨੇ ਬਲਾਕ ਕੀਤਾ ਹੈ। ਇਹਨਾਂ ਦੀ ਜ਼ਰੂਰਤ ਨਹੀਂ ਹੈ। ਇਹ ਜਨਾਬ ਬੈਠਾ ਹੈ, ਇਹ ਖੱਬਾ ਪਾਸਾ ਭਾਬੀ ਤੇ ਸੱਜਾ ਪਾਸਾ ਜੇਲ੍ਹ ਵੀ, ਇਹ ਸੀਕਰ ਨਾਂ ਦਾ ਭਾਬੀ ਜਿਹੜਾ, ਇੰਨੀ ਜ਼ਰੂਰਤ ਨਹੀਂ ਇਹਨਾਂ ਦੇ ਅੰਦਰ ਹੈ ਕਿ ਲੋਕਾਂ ਨੂੰ ਇਹ ਹੀ ਦੱਸੋ ਕਿ ਅਸੀਂ ਭਾਬੀ ਆ। ਪਿਓ ਭਾਬੀ ਹੈ ਤੇ ਆਪ ਬਰੇਲਵੀ ਬਣਿਆ, ਆਪ ਜੇਲ੍ਹ ਵਿੱਚ ਬਣਿਆ। ਆਪਣਾ ਪਿਓ ਤੇ ਲੱਭੋ ਪਹਿਲਾਂ। हाँ जी मीर सलीम साहब, आपके पुरजोर फरमाइश के ऊपर मैं आपको अनब्लॉक कर चुका हूँ और आप भी थोड़ा सा जुर्रत दिखाएं, पैरों की मेहंदी उतारें और यहाँ पर आकर इस बात का सिर्फ जवाब दे दें कि आपके वालिद साहब का फ़िरका क्या था या वो फिर सिर्फ मुसलमान थे। थोड़ी सी दलेरी दिखाएं जैसे आज जज्जा साहब ने दिखाई है। आप अहमदी हैं तो आप दलेरी दिखाएं, कुछ नहीं होने लगा, कोई अकीदा आपका नहीं हारने लगा, आपकी चर्ब ज़बानी कायम रहेगी। आपको मैं खुद बजाते खुद आके मैं आपको शेर मारूंगा। आपको आज तक लगता किसी से शेर नहीं पड़ा होगा, मैं आपको शेर मारूंगा। सिर्फ सच बोल रहे हैं यहाँ आके। मिर्जा साहब को मुसलमान बोल जाए यहाँ पे आके, मैं उसके ऊपर आके आपको शेर खुद मारूंगा। इतना जायज़ मुतालबा कभी ज़िंदगी में आपसे किसी ने किया है, लेकिन मुझे डर है कि आप में जुर्रत नहीं। आपके जवाब का इंतज़ार रहेगा। बहुत शुक्रिया। जज़ाकल्लाह जी, जज़ाकल्लाह। रिकॉर्डिंग हो गई है, इंशाल्लाह हम इसको पोस्ट कर देंगे। देखें मेरी बात सुने जी जी। मैं ये बात अभी यहाँ पर नहीं करना चाहता था, लेकिन मजबूरन आपने ये आईडी चलाई है। साहब वो ਤੁਹਾਨੂੰ ਗਾਲਾਂ ਕੱਢ ਰਿਹਾ, ਉਹ ਤਾਂ ਮੇਰਾ ਮਾਮਲਾ ਸੀ। ਛੱਡੋ, ਤੁਹਾਡਾ ਵਿੱਚ ਨਹੀਂ ਤਾਲੁਕ, ਉਹ ਗਾਲਾਂ ਕੱਢ ਰਿਹਾ ਸੀ ਮੈਨੂੰ। ਮੈਂ ਤਾਂ ਗਾਲ ਵੀ ਨਹੀਂ ਕੱਢੀ ਯਾਰ, ਜਾਣ ਦਿਓ, आगे चलो। नहीं, मैं गल कर रहा हूँ। जो भी बंदा चरब ज़बानी और इस तरह की ज़बान कर, जो तबलीग हिकमत का नाम है, आप भी करें, आप इस्लाम की तबलीग करें, सारे लोग इस्लाम की तबलीग करें, ताकि ये दुनिया को आपने मनवाना है। सिर्फ एक कादियानी सिर्फ नहीं है कि जिनके ऊपर आप या वो आपके ऊपर हमले करें। मैं मीर सलीम की बराड़ के ऊपर आपने मुझे देखा होगा कि मैं नहीं बैठता ना जब वहाँ पर जाकर। हाँ, ये मैंने मुझे पता है सख्ती जो है कभी भी नहीं काम दे सकती, कहीं भी सख्ती। अपनी औलाद के साथ भी आप सख्ती नहीं कर सकते। सख्ती करके देखो, तुम्हारी औलाद जो है वो तुम्हारे से मुतनफ़र हो जाएगी। तो हमारा जो हम अहमदी है, हमारा तो मामला ही बिल्कुल अलग दूजा शेर पे आ जे। मैं चले जाना जब मैं लाइव छड़ जानी है। आज दूजा शेर पे आ जे। सच जड़ा बंदा बोलेगा अहमदी है। मीर सलीम साहब का पैगाम जे सच सच हक सच हक सच हक जज्जा सच जज्जा। जज्जा साहब, आपको मैं एक मज़े की बात बताता हूँ, बहुत ही ज़बरदस्त किस्म की। देखें, आपने आते साथ जो बात की थी ना, हमारी बहन उन्होंने सीकर को शेर मारा था, ये इसी बहन ने आपको शेर मारा है, आपको पता चला है अभी? नहीं, मुझे नहीं पता, मैं उस बहन की बात नहीं सुनी थी उनकी। मैं यकीन माने मैंने उनकी कोई बात नहीं है, कुछ भी यार। जज्जा साहब इन्नियां सच्चियां गल्लां मेरा वीर करी जाना। जज्जा साहब आ जा यार, छड्ड परां जज्जे की रखिया, आ जा। मैं कहना यार आ जा, सारे मुसलमान भरा रल मिल के बैठिए। यकीन कर, ब्रॉड तेरे वाले आके चला साडी ब्रॉड, आ जा यार, छड्ड परां की रखिया यार। देखो जफिया पाइए, जर्मनी आके जफिया पाइए, आ जा यार। जज साहब इत्थे भी जफियां पाइए, जन्नत च भी इंशाल्लाह इकट्ठे होइए। अल्लाह अकबर, अल्लाह जन्नत है ना दोज़ख किसी दी बाप दी है, कोई नहीं, अल्लाह ही जानदा है कौन जन्नत जाएगा दूसरे जाए। शेरां शूरां जड़े ने इन्हां दी कोई जन्नत च जफियां पा लांगे। और हुण ठीक है,
ਹਾਂ ਚਲੋ ਇੰਜ ਤੇ ਇੰਜ ਸਹੀ ਫਿਰ ਹੁਣ ਰਾਜ਼ੀ ਇਹਨਾਂ ਸ਼ੇਰਾਂ ਸ਼ੋਰਾਂ ਦੀ ਕੋਈ ਔਕਾਤ ਓਏ ਸ਼ੇਰਾਂ ਨੂੰ ਗੋਲਾ ਮਾਰ ਪਰੇ ਤੇਰੀ ਗੱਲ ਅੱਛੀ ਲੱਗੀ ਸ਼ੇਰ ਗੱਲ ਤੁਹਾਡੀ ਚੰਗੀ ਲੱਗੀ ਏ ਸੱਚਾਈ ਪਸੰਦ ਆਈ ਤੁਹਾਡੀ ਤਾਂ ਕਹਿ ਰਹੇ ਆ ਤੁਹਾਨੂੰ ਸ਼ੇਰਾਂ ਦੀ ਕੋਈ ਔਕਾਤ ਹੈ ਜੇ ਔਕਾਤ ਹੁੰਦੀ ਤੇ ਐਵੇਂ ਸੁੱਟਦੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਣਾ ਜੋ ਵੀ ਕੋਈ ਬੰਦਾ ਵੀ ਹੋਵੇ ਕੋਈ ਚਰਬ ਜ਼ਬਾਨੀ ਕੋਈ ਵੀ ਕਿਸੇ ਦੇ ਖਿਲਾਫ ਕਰਦਾ ਦੇਖੋ ਮੈਂ ਜਾਣਨਾ ਕਿ ਅਸਾਮ ਸਾਹਿਬ ਜਾਂ ਸਿੱਖਰ ਸਾਹਿਬ ਬੜੇ ਜਿਹੇ ਤਰੀਕੇ ਦੇ ਨਾਲ ਸਹੀ ਤਰ੍ਹਾਂ ਬਹਿੰਦੇ ਹੁੰਦੇ ਸਨ ਸਾਡੇ ਦੋਸਤ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਹੋਈਆਂ ਗਲਤ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਮੁਤਨਫਰ ਇਹ ਵੀ ਦੋਸਤ ਜਿਹੜੇ ਨੇ ਹੋਏ ਨੇ ਮੈਂ ਦੇਖਿਆ ਟਿਕਟੋਕ ਤੇ ਆਉਣਾ ਜਿਹੜਾ ਮੈਂ ਬਹੁਤ ਘੱਟ ਕੀਤਾ ਇਸ ਵਜ੍ਹਾ ਤੋਂ ਕੀਤਾ ਕਿ